student, today we are discussing separation of primary, secondary, tertiary ਹੁਣ ਕਿਵੇਂ ਸੈਪਰੇਟ ਕਰਨਾ ਹੈ। ਸੋ ਕਹਿੰਦੇ ਆਪਾਂ ਨੂੰ ਪਤਾ ਕਿ ਬਹੁਤ ਸਾਰੇ ਮੈਥਡ ਹੈ ਜਿਹਦੇ ਨਾਲ ਤੁਸੀਂ ਮਿਕਸਚਰ ਆਫ ਪ੍ਰਾਇਮਰੀ ਮਿਕਸਚਰ ਆਫ ਅਮੀਨਸ ਬਣ ਸਕਦੇ ਹੋ। ਕੋਈ ਵੀ ਹੋ ਸਕਦਾ, ਪ੍ਰਾਇਮਰੀ ਵੀ ਹੋ ਸਕਦਾ, ਨਾਲ ਸੈਕੰਡਰੀ ਜਾਂ ਟਰਸ਼ਰੀ ਅਮੀਨ ਹੋਇਆ, ਕੁਆਟਰਨਰੀ ਸਾਲਟ ਹੋ ਸਕਦੇ ਆ। ਹੁਣ ਜਿਹੜੇ ਮਿਕਸਚਰ ਹੈ ਅਮੀਨ ਦੇ, ਠੀਕ ਹੈ, ਮਿਕਸਚਰ ਆਫ ਅਮੀਨ ਐਂਡ ਕੁਆਟਰੀ ਅਮੋਨੀਅਮ ਸਾਲਟ ਕੈਨ ਬੀ ਸੈਪਰੇਟਡ ਇਜ਼ ਫਸਟ distillation with potassium hydroxide। ਸਭ ਤੋਂ ਪਹਿਲਾਂ ਉਹਨਾਂ ਦੀ ਡਿਸਟੀਲੇਸ਼ਨ ਕੀਤੀ ਜਾਂਦੀ with potassium hydroxide, the quaternary ammonium salt being non-volatile and left behind while mixture of amine distilled over। ਦੇਖੋ ਉਹਦੇ ਵਿੱਚ ਜਦੋਂ ਤੁਸੀਂ ਡਿਸਟੀਲੇਸ਼ਨ ਕਰਦੇ ਹੋ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ, ਜਿਹੜਾ ਕੁਆਟਰਨਰੀ ਅਮੋਨੀਅਮ ਸਾਲਟ ਉਹ ਨੋਨ ਵੋਲੇਟਾਈਲ ਇਸ ਕਰਕੇ ਪਿੱਛੇ ਰਹਿ ਜਾਂਦਾ ਹੈ। ਅਤੇ ਜਿਹੜਾ ਮਿਕਸਚਰ ਹੁੰਦੇ ਆ ਅਮੀਨਸ ਦੇ ਜਾਂ ਕੋਈ ਵੀ ਹੁੰਦਾ ਮਿਕਸਚਰ ਦਾ ਮਤਲਬ ਕਿ ਪ੍ਰਾਇਮਰੀ ਵੀ ਹੋਣਗੇ, ਟਰਸ਼ਰੀ ਵੀ ਹੋਣਗੇ ਜਾਂ ਸੈਕੰਡਰੀ ਵੀ ਹੋਣਗੇ, ਇਹ ਇਕੱਲਾ ਸਿੰਗਲ ਵੀ ਹੋ ਸਕਦਾ, ਠੀਕ ਹੈ। ਉਹ ਕਿਆ ਹੋ ਜਾਊਗੇ, ਡਿਸਟਿਲਡ ਓਵਰ ਹੋ ਜਾਊਗੇ, ਬਾਹਰ ਆ ਜਾਊਗੇ ਐਜ਼ ਅ ਸਟੀਮ ਦੇ ਨਾਲ, ਠੀਕ ਹੈ। ਦ ਮਿਕਸਚਰ ਸੈਪਰੇਟਡ ਬਾਏ ਦਾ ਉਸ ਤੋਂ ਬਾਅਦ ਜਿਹੜੇ ਮਿਕਸਚਰ ਆਉਂਦੇ ਆਪਣੇ ਕੋਲ, ਠੀਕ ਹੈ, ਜਿਹੜਾ ਆਪਣੇ ਕੋਲ ਡਿਸਟਿਲ ਹੋ ਕੇ ਆਇਆ ਉਹ ਆਪਾਂ ਫੋਲੋਇੰਗ ਮੈਥਡ ਦੇ ਨਾਲ ਪ੍ਰੀਪੇਅਰ ਕਰ ਸਕਦੇ। ਫਸਟ ਆਫ ਆਲ ਹੈਗਾ ਫ੍ਰਿਕਸ਼ਨ ਡਿਸਟੀਲੇਸ਼ਨ। ਉਹ ਕਹਿੰਦੇ ਇਸ ਮੈਥਡ ਦੇ ਇਹ ਮੈਥਡ ਇੰਡਸਟਰੀਅਲ ਸਕੇਲ 'ਤੇ ਇੰਡਸਟਰੀਅਲ ਲੈਵਲ 'ਤੇ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਦ ਮਿਕਸਚਰ ਆਫ ਅਮੀਨ ਇਜ਼ ਫ੍ਰੈਕਸ਼ਨਲੀ ਡਿਸਟਿਲਡ ਬਾਏ ਇੰਪਲੋਇੰਗ ਹਾਈ ਐਫੀਸ਼ੀਐਂਟੀ ਆਫ ਫ੍ਰਿਕਸ਼ਨਲ ਆਪਰੇਟਰਸ, ਠੀਕ ਹੈ। ਇਹਦੇ ਲਈ ਬਹੁਤ ਜ਼ਿਆਦਾ ਹਾਈ ਇੰਟੈਂਸਿਟੀ ਆਫ ਫ੍ਰਿਕਸ਼ਨਲ ਆਪਰੇਟਰਸ ਚਾਹੀਦੇ ਹੁੰਦੇ ਆਪਾਂ ਨੂੰ, ਠੀਕ ਹੈ, ਉਹ ਤਾਂ ਡਿਸਟਿਲਡ ਕਰਦੇ ਆ। ਸੈਕਿੰਡ ਮੈਥਡ ਹੈਗਾ ਹਾਫਮਨ ਮੈਥਡ। ਸੋ ਹਾਫਮਨ ਮੈਥਡ ਦੇ ਵਿੱਚ ਕਿਆ ਹੈ, ਕਹਿੰਦੇ ਜਿਹੜਾ ਮਿਕਸਚਰ ਆਫ ਅਮੀਨ ਆ ਉਹਨਾਂ ਨੂੰ ਆਪਾਂ ਟ੍ਰੀਟ ਕਰਦੇ ਵਿੱਚ ਡਾਈ ਇਥਾਈਲ ਆਕਜ਼ੋਲੇਟ ਦੇ ਨਾਲ। ਵੈਨ ਅ ਪ੍ਰਾਇਮਰੀ ਅਮੀਨ ਫਾਰਮ ਆ ਸਬਸਟੀਟਿਊਟ oxamide a solid, the secondary amine form a dialkyl oxamic ester a liquid and tertiary amine does not react, ਠੀਕ ਹੈ। ਜੋ ਤੁਸੀਂ ਜੋ ਦੇਖੋ ਆਪਣੇ ਕੋਲ ਆਪਾਂ ਨੇ ਕਿਆ ਕਰਨਾ, ਡਾਈਥਾਈਲ ਆਕਜ਼ੋਲੇਟ ਲੈਣਾ, ਠੀਕ ਹੈ। ਅਗਰ ਤਾਂ ਕਹਿੰਦੇ ਆਪਣੇ ਕੋਲ ਉਹਦੇ ਵਿੱਚ ਪ੍ਰਾਇਮਰੀ ਅਮੀਨ ਪ੍ਰੈਜ਼ੈਂਟ ਆ, ਜਿਹੜਾ ਮਿਕਸਚਰ ਆਪਾਂ ਲੱਤਾ ਜਿਹਨੂੰ ਆਪਾਂ ਨੇ ਜਿਹਨਾਂ ਨੂੰ ਸੈਪਰੇਟ ਕਰਨਾ ਹੈ ਅਮੀਨਸ ਨੂੰ, ਠੀਕ ਹੈ। ਅਗਰ ਉਹਦੇ ਵਿੱਚ ਪ੍ਰਾਇਮਰੀ ਅਮੀਨ ਪ੍ਰੈਜ਼ੈਂਟ ਆ, ਪ੍ਰਾਇਮਰੀ ਅਮੀਨ ਡਾਈਅਲਕਾਈਲ ਆਕਜ਼ੋਲੇਟ ਨਾਲ ਰਿਐਕਟ ਕਰਕੇ ਕਿਆ ਬਣਾ ਲਏਗਾ, ਆਕਜ਼ਾਮਾਈਡ, ਜਿਹੜਾ ਸੋਲਿਡ ਸਬਸਟਾਂਸ ਹੋਏਗਾ। ਅਗਰ ਉਹਦੇ ਵਿੱਚ ਸੈਕੰਡਰੀ ਅਮੀਨ ਹੈ ਤਾਂ ਉਹ ਡਾਈਅਲਥਾਈਲ ਆਕਜ਼ੋਲੇਟ ਨਾਲ ਰਿਐਕਟ ਕਰਕੇ ਕਿਆ ਬਣਾ ਲਏਗਾ, ਡਾਈਅਲਕਾਈਲ ਆਕਜ਼ੋਮਿਕ ਐਸਟਰ, ਜਿਹੜਾ ਕਿ ਲਿਕੁਇਡ ਫਾਰਮ 'ਚ ਹੋਏਗਾ, ਠੀਕ ਹੈ। ਟਰਸ਼ਰੀ ਅਮੀਨ ਇਸ ਡਾਈਅਲਥਾਈਲ ਆਕਜ਼ੋਲੇਟ ਨਾਲ ਰਿਐਕਟ ਨਹੀਂ ਕਰਦਾ। Regeneration of amine on distillation the mixture, the tertiary amine distilled over first and then collected as a distillant, ठीक है। The remaining mixture is cooled and filtered with oxamic ester passes the filter and oxamide is left behind। अगर ਉਹਦੇ ਵਿੱਚ tertiary amine present ਆ ਤਾਂ ਉਹ ਕਹਿੰਦੇ ਤੇ ਕਿਆ ਕਰਨਾ, ਆਪਾਂ ਨੇ ਡਿਸਟਿਲੇਸ਼ਨ ਕਰਨੀ ਹੈ। ਡਿਸਟਿਲੇਸ਼ਨ ਦੇ ਨਾਲ ਪ੍ਰਾਇਮਰੀ ਜਿਹੜਾ ਆਪਣੇ ਕੋਲ ਆਏਗਾ, ਠੀਕ ਹੈ, ਜਿਵੇਂ ਆਪਣੇ ਕੋਲ ਮਿਕਸਚਰ ਆ ਗਿਆ, ਇੱਕ ਲਿਕੁਇਡ ਆ ਗਿਆ, ਇੱਕ ਸੋਲਿਡ ਆ ਗਿਆ, ਠੀਕ ਹੈ। ਟਰਸ਼ਰੀ ਅਮੀਨ ਰਿਐਕਟ ਨਹੀਂ ਕਰਦਾ ਤਾਂ ਕਹਿੰਦੇ ਉਸ ਤੋਂ ਬਾਅਦ ਉਹਦੀ ਡਿਸਟਿਲੇਸ਼ਨ ਕਰੋ। ਡਿਸਟਿਲੇਸ਼ਨ ਕਰਨ ਤੋਂ ਬਾਅਦ ਜਿਹੜਾ ਟਰਸ਼ਰੀ ਅਮੀਨ ਉਹ ਡਿਸਟਿਲਡ ਹੋ ਕੇ ਬਾਹਰ ਆ ਜਾਏਗਾ। ਔਰ ਜਿਹੜਾ ਲਿਕੁਇਡ ਹੋਏਗਾ ਉਹ 'ਚ ਉਹ ਕਿਆ ਹੋਏਗਾ, ਤੁਹਾਡਾ ਸੈਕੰਡਰੀ ਅਮੀਨ ਹੋਏਗਾ। ਔਰ ਜਿਹੜਾ ਸੋਲਿਡ ਹੋਏਗਾ, ਜਿਹੜਾ ਪਿੱਛੇ ਵੱਜ ਜਾਏਗਾ ਸੋਲਿਡ, ਕਿਆ ਹੋਏਗਾ, ਪ੍ਰਾਇਮਰੀ ਅਮੀਨ। oxamide and oxamic ester are now separately boiled with the alkali to back to the original amine, ठीक है। ਉਸ ਤੋਂ ਬਾਅਦ oxamide ਆਇਆ ਆਪਣੇ ਕੋਲ, oxamic ester ਆਇਆ, ਠੀਕ ਹੈ। ਔਰ ਜਿਹੜਾ oxamide ਹੈ ਔਰ oxamic ester ਹੈ ਉਹਨੂੰ ਤੁਸੀਂ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ ਰਿਐਕਟ ਕਰਨਾ, ਆਪਣੇ ਕੋਲ ਪੋਟਾਸ਼ੀਅਮ ਆਕਜ਼ੋਲੇਟ ਬਣ ਜਾਏਗਾ, ਪ੍ਰਾਇਮਰੀ ਅਮੀਨ ਰਿਮੂਵ ਹੋ ਜਾਏਗਾ ਐਂਡ ਪੋਟਾਸ਼ੀਅਮ ਆਕਜ਼ੋਲੇਟ ਬਣ ਕੇ ਕਿਆ ਰਿਮੂਵ ਦੂਸਰਾ ਕਿ ਆਪਣੇ ਕੋਲ ਆ ਜਾਏਗਾ ਸੈਕੰਡਰੀ ਅਮੀਨ। Hasenberg's method. This method, the method is the mixture of amine is treated with the para-toluene sulfonyl chloride, also known as tosyl chloride (TSCl), and Hasenberg reagent. The earlier day benzene sulfonyl chloride was the Hasenberg's reagent in the presence of sodium hydroxide. So ਕਹਿੰਦੇ ਜਿਹੜਾ ਤੁਹਾਡੇ ਕੋਲ ਮਿਕਸਚਰ ਆਫ ਅਮੀਨ ਜਿਹੜਾ ਤੁਸੀਂ ਸੈਪਰੇਟ ਕਰਨਾ ਹੈ ਉਹਨੂੰ ਤੁਸੀਂ ਪੈਰਾ ਟੋਲਵਿਨ ਸਲਫੋਨਿਲ ਕਲੋਰਾਈਡ ਦੇ ਨਾਲ ਰਿਐਕਟ ਕਰਨਾ, ਜਿਹਨੂੰ ਤੁਸੀਂ ਟੋਸਲ ਕਲੋਰਾਈਡ TSCl ਵੀ ਕਹਿੰਦੇ ਆ ਜਾਂ ਫਿਰ ਹਸਨਬਰਗਸ ਰੀਏਜੈਂਟ ਵੀ ਕਹਿੰਦੇ ਆ। ਪਰ ਜਦੋਂ ਅਰਲੀਅਰ ਡੇਜ਼ ਦੇ ਵਿੱਚ ਹੁਣ ਹਸਨਬਰਗ ਰੀਅਰੇਂਜਮੈਂਟ ਦੀ ਡੈਫੀਨੇਸ਼ਨ ਚੇਂਜ ਹੋ ਗਈ। ਹੁਣ ਹੈਗਾ ਪੈਰਾ ਟੋਲਵਿਨ ਸਲਫੋਨਿਲ ਕਲੋਰਾਈਡ। ਪੈਰਾ ਕਿਆ ਆਪਾਂ ਕਹਿੰਦੇ ਤੇ ਬੈਂਜ਼ਾਈਲ ਸਲਫੋਨਿਲ ਕਲੋਰਾਈਡ ਨੂੰ ਹਸਨਬਰਗਸ ਰੀਏਜੈਂਟ ਕਹਿੰਦੇ ਸੀ, ਠੀਕ ਹੈ, ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਹਾਈਡਰੋਕਸਾਈਡ। ਸੋ ਕਿਆ ਕਰਨਾ ਹੈ ਤੁਸੀਂ, ਜਦੋਂ ਦੇਖੋ ਜਿਹੜਾ ਕਹਿੰਦੇ ਤੁਸੀਂ ਪੈਰਾ ਟੋਲਵਿਨ ਸਲਫੋਨਿਲ ਕਲੋਰਾਈਡ ਲੈਣਾ, ਉਹਨੂੰ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਮਿਕਸਚਰ ਆਫ ਅਮੀਨ ਨਾਲ ਰਿਐਕਟ ਕਰਵਾਉਣਾ, ਸੋਡੀਅਮ ਹਾਈਡਰੋਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ। ਅਗਰ ਤਾਂ ਕਹਿੰਦੇ ਪ੍ਰਾਇਮਰੀ ਅਮੀਨ ਫਾਰਮ ਆ ਮੋਨੋਅਲਕਾਈਲ ਸਲਫੋਨਾਮਾਈਡ ਵਿਚ ਡਿਜ਼ੋਲਵ ਇਨ ਦਾ ਸੋਡੀਅਮ ਹਾਈਡਰੋਕਸਾਈਡ ਵਿਦ ਦਾ ਫਾਰਮੇਸ਼ਨ ਆਫ ਸੋਡੀਅਮ ਸਾਲਟ। ਅਗਰ ਤਾਂ ਪ੍ਰਾਇਮਰੀ ਅਮੀਨ ਹੈ ਤਾਂ ਉਹ ਮੋਨੋਅਲਕਾਈਲ ਸਲਫੋਨਾਮਾਈਡ ਬਣਾ ਦੇਗਾ, ਜਿਹੜਾ ਕਿ ਸੋਡੀਅਮ ਕਲੋਰਾਈਡ ਦੇ ਵਿੱਚ ਡਿਜ਼ੋਲਵ ਹੋ ਕੇ ਕਿਸ ਚੀਜ਼ ਦੀ ਫਾਰਮੇਸ਼ਨ ਕਰ ਲੇਗਾ, ਸੋਡੀਅਮ ਸਾਲਟ ਦੀ। ਫॉर एग्जांपल ਵੀ ਹੈਵ ਅ ਪੈਰਾ ਟੋਲਵਿਨ ਸਲਫੋਨਿਲ ਕਲੋਰਾਈਡ,
ठीक है ਉਹਨੂੰ ਰੈਕਟ ਉਹਦੇ ਵਿੱਚ ਆਪਾਂ ਨੇ ਮਿਕਸਚਰ ਪਾਤਾ ਠੀਕ ਹੈ ਅਗਰ ਮਿਕਸਚਰ 'ਚ ਆਪਣਾ ਪ੍ਰਾਇਮਰੀ ਅਮੀਨ ਆ ਠੀਕ ਹੈ ਤਾਂ ਪਹਿਲਾਂ HCl ਦੀ ਰਿਮੂਵਲ ਹੋਏਗੀ ਆਪਣੇ ਕੋਲ ਬਣੇਗਾ ਐਨ ਅਲਕਾਈਲ ਸਲਫੋਨਾਮਾਈਡ ਫਿਰ ਉਹਨੂੰ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਰਿਐਕਟ ਕਰਨਾ ਆਪਣੇ ਕੋਲ ਆ ਜਾਏਗਾ ਸੋਡੀਅਮ ਸਾਲਟ ਆਫ ਐਨ ਅਲਕਾਈਲ ਸਲਫੋਨਾਮਾਈਡ ਜਿਹੜਾ ਕਿ ਸੋਲੇਬਲ ਹੈ ਠੀਕ ਹੈ ਉਸ ਵਿੱਚ ਅਗਰ ਆਪਣੇ ਕੋਲ ਉਸ ਮਿਕਸਚਰ 'ਚ ਸਕੈਂਡਰੀ ਅਮੀਨ ਪ੍ਰੈਜ਼ੈਂਟ ਹੈ ਤਾਂ ਤੁਸੀਂ ਪੈਰਾਟੋਲਵਿਨ ਸਲਫੋਨਲ ਕਲੋਰਾਈਡ ਹੈ ਨਾ ਸਕੈਂਡਰੀ ਅਮੀਨ ਨਾਲ ਰਿਐਕਟ ਕਰਨਾ ਆਪਣੇ ਕੋਲ ਆ ਜਾਏਗਾ ਐਨ ਡਾਈ ਅਲਕਾਈਲ ਸਲਫੋਨਾਮਾਈਡ ਜਿਹੜਾ ਕਿ ਇਨਸੋਲੇਬਲ ਹੈ ठीक है अगर प्राइमरी है तो एक सॉलेबल सब्सटेंस बन जाएगा अगर सेकेंडरी है तो अपने को क्या बन जाएगा इनसॉलेबल टर्शरी अमीन रिएक्ट ही नहीं करता सो हुण आपां किवें टर्शरी अमीन किवें सैपरेट करांगे द एल्कली मिक्सचर ऑब्टेन्ड above is extract with ether when the unreacted tertiary amine and the sulfonamide of secondary amine pass into the ether layer while the sodium salt of sulfonamide of primary amine remain in the aqueous layer क्या करना है वो कहना है ਜਿਹੜਾ थोड़े को alkali mixture आए एक अपने को primary करके आया ਜਿਹੜਾ soluble है एक अपने को secondary करके आया ਜਿਹੜਾ insoluble है ਉਹ ਜਿਹੜੇ mixture ਆਏ ਕਹਿੰਦੇ ਉਹਨਾਂ ਨੂੰ ਤੁਸੀਂ ether ਨਾਲ react ਕਰਨਾ ਹੈ ਜਿਹੜਾ tertiary amine ਹੈ ਜਿਹੜਾ react ਹੀ ਨਹੀਂ ਕਰਦਾ ਔਰ ਜਿਹੜਾ ਆਪਣੇ को secondary amine ਤੋਂ ਆਇਆ sulfonamide ठीक है ਉਹ ਈਥਰ ਲੇਅਰ ਦੇ ਵਿੱਚ ਪਾਸ ਕਰ ਜਾਣਗੇ ਈਥਰ ਲੇਅਰ ਚੋਂ ਔਰ ਜਿਹੜਾ ਆਪਣੇ ਕੋਲ ਸੋਡੀਅਮ ਸਾਲਟ ਜਿਹੜਾ ਆਪਣੇ ਕੋਲ ਪ੍ਰਾਇਮਰੀ ਅਮੀਨ ਕਰਕੇ ਆਇਆ ਸੀਗਾ ਠੀਕ ਹੈ ਸਲਫੋਨਾਮਾਈਡ ਉਹ ਰਹਿ ਜਾਏਗਾ ਐਕਵਸ ਲੇਅਰ ਦੇ ਵਿੱਚ ਹੀ ਰਹਿ ਜਾਏਗਾ ਫਰੋਮ ਦਾ ਇਥਰਲ ਲੇਅਰ ਇਥਰ ਇਜ਼ ਰਿਮੂਵ ਬਾਈ ਇਵੈਪੋਰੇਸ਼ਨ ਸੋ ਜਿਹੜੀ ਇਥਰਲ ਲੇਅਰ ਆਏਗੀ ਜਿਹਦੇ ਵਿੱਚ ਆਪਣੇ ਕੋਲ ਟਰਸ਼ਰੀ ਅਮੀਨ ਤੇ ਸਲਫੋਨਾਮਾਈਡ ਪਿਆ ਉਹਦੇ ਵਿੱਚ ਤੁਸੀਂ ਇਥਰ ਨੂੰ ਕੀ ਕਰ ਦੋਗੇ ਇਵੈਪੋਰੇਟ ਕਰ ਦੋਗੇ ਤੇ ਰਿਮੇਨਿੰਗ ਮਿਕਸਚਰ ਇਜ਼ ਡਿਸਟਿਲਡ ਤੇ ਉਸ ਜਿਹੜਾ ਮਿਕਸਚਰ ਬਚੇਗਾ ਉਹਨੂੰ ਕੀ ਕਰ ਲਓਗੇ ਡਿਸਟਿਲਡ ਕਰ ਦੋ ਇਸ ਐਜ਼ ਅ ਰਿਜ਼ਲਟ ਟਰਸ਼ਰੀ ਅਮੀਨ ਜਿਹੜਾ ਕਿ ਵੋਲੇਟਾਈਲ ਆ ਉਹ ਉੜ ਜਾਏਗਾ ठीक है वल सल्फोनामाइड सेकेंडरी मीन लेफ्ट उस बाद अपने को क्या रह जाएगा सेकेंडरी सल्फोनामाइड ऑफ सेकेंडरी अमीन this is hydrolyzed by the hydrochloric acid then the hydrochloric acid of secondary amine is obtained ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਸਲਫੋਨਾਮਾਈਡ ਆਫ secondary amine ਆਇਆ ਤੁਸੀਂ ਉਹਦੀ ਹਾਈਡਰੋਲਿਸਿਸ ਕਰਨੀ ਹੈ ਹਾਈਡਰੋਕਲੋਰਿਕ ਐਸਿਡ ਦੇ ਨਾਲ ਉਹ 'ਚ ਕੀ ਹੋਏਗਾ ਆਪਣੇ ਕੋਲ ਹਾਈਡਰੋਕਲੋਰਾਈਡ ਆਫ secondary amine ਰਿਮੂਵ ਹੋ ਜਾਏ obtain ਆਪਣੇ ਕੋਲ ਉਸ ਤੋਂ ਬਾਅਦ ਜਦੋਂ ਤੁਸੀਂ ਰਿਐਕਟ ਕਰੋਗੇ ਹਾਈਡਰੋਕਲੋਰਿਕ ਐਸਿਡ ਦੇ ਨਾਲ ਤਾਂ ਆਪਣੇ ਕੋਲ ਕੀ ਆ ਜਾਏਗਾ ਹਾਈਡਰੋਕਲੋਰਾਈਡ ਆਫ secondary amine ਉਸ ਤੋਂ ਬਾਅਦ ਉਹਨੂੰ ਡਿਸਟਿਲਡ ਕਰਨਾ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਆਪਣੇ ਕੋਲ ਕੀ ਮਿਲ ਜਾਏਗਾ secondary amine ਆਪਣੇ ਕੋਲ ਪਹਿਲਾਂ ਇੱਥੇ ਐਨ ਅਲਕਾਈਲ ਜਦੋਂ ਆਪਾਂ ਨੇ ਸੋਡੀਅਮ ਸਕੈਂਡਰੀ ਅਮੀਨ ਰਿਐਕਟ ਕੀਤਾ ਦੇਖੋ ਕਿਆ ਬਣਿਆ ਤਾਂ ਇਨਸੋਲੇਬਲ ਸਾਲਟ ਐਲਕਲੀ ਬਣਿਆ ਤਾਂ ਜਿਹੜਾ ਐਨ ਡਾਈ ਅਲਕਾਈਲ ਸਲਫੋਨਾਮਾਈਡ ਦੈਟ ਮੀਨਸ ਇਹਦੇ ਵਿੱਚ ਸਕੈਂਡਰੀ ਅਮੀਨ ਪ੍ਰੈਜ਼ੈਂਟ ਹੈ ਸੋ ਪਹਿਲਾਂ ਆਪਾਂ ਨੇ ਐਨ ਡਾਈ ਅਲਕਾਈਲ ਸਲਫੋਨਾਮਾਈਡ ਲਿੱਤਾ ਉਹਨੂੰ HCl ਨਾਲ ਰਿਐਕਟ ਕੀਤਾ ਇਹਨੇ ਕਿਆ ਬਣਾ ਲਿਆ ਪਹਿਲਾ ਟੋਲਵਿਨ ਸਲਫੋਨਿਕ ਐਸਿਡ ਜਿਹੜਾ ਆਪਾਂ ਨੇ ਰਿਐਕਟੈਂਟ ਯੂਜ਼ ਕੀਤਾ ਰਿਮੂਵ ਕਰਤਾ ਐਂਡ ਸਕੈਂਡਰੀ ਅਮੀਨ ਹਾਈਡਰੋਕਲੋਰਾਈਡ ठीक है ਹੁਣ ਜਿਹੜਾ ਸਕੈਂਡਰੀ ਅਮੀਨ ਹਾਈਡਰੋਕਲੋਰਾਈਡ ਆਇਆ ਉਹਨੂੰ ਰਿਐਕਟ ਕਰਨਾ ਹੈ ਸੋਡੀਅਮ ਹਾਈਡਰੋਕਸਾਈਡ ਦੇ ਨਾਲ ਤੁਹਾਡੇ ਕੋਲ ਫਾਰਮੇਸ਼ਨ ਹੋ ਗਈ ਸਕੈਂਡਰੀ ਅਮੀਨ ਦੀ ਉਸ ਤੋਂ ਬਾਅਦ ਜਿਹੜਾ ਪ੍ਰਾਇਮਰੀ ਅਮੀਨ ਉਹ ਆਪਣਾ ਐਕਵਸ ਲੇਅਰ 'ਚ ਪਿਆ ਸੋ ਕਹਿੰਦੇ ਐਕਵਸ ਲੇਅਰ ਕੰਟੇਨਿੰਗ ਸੋਡੀਅਮ ਸਾਲਟ ਆਫ ਸਲਫੋਨਾਮਾਈਡ ਆਫ ਪ੍ਰਾਇਮਰੀ ਅਮੀਨ ਇਜ਼ ਐਸਟੀਫਾਈਡ ਵਿਦ ਹਾਈਡਰੋਕਲੋਰਿਕ ਵੈਨ ਦ ਸੋਡੀਅਮ ਸਾਲਟ ਚੇਂਜ ਇਨਟੂ ਦ ਫ੍ਰੀ ਸਲਫੋਨਾਮਾਈਡ ਵਿਚ ਗੈਟ ਹਾਈਡਰੋਲਿਸਡ ਟੂ ਯੀਲਡ ਦ ਹਾਈਡਰੋਕਲੋਰਾਈਡ ਆਫ ਪ੍ਰਾਇਮਰੀ ਅਮੀਨ क्या होगा देखो पहला ਆਪਾਂ ਨੇ देखो ਇੱਥੇ देखो ਆਪਾਂ ਨੇ ਸੋਡੀਅਮ ਸਾਲਟ ਆਫ ਐਨ ਅਲਕਾਈਲ ਸਲਫੋਨਾਮਾਈਡ ਪਾਇਆ ਜਦੋਂ ਪ੍ਰਾਇਮਰੀ ਦੇ ਨਾਲ ਰਿਐਕਟ ਕੀਤਾ ਠੀਕ ਹੈ ਸੋ ਆਪਣੇ ਕੋਲ ਕਿਆ ਹੋਣਾ ਆਪਣੇ ਕੋਲ ਆ ਗਿਆ ਐਨ ਅਲਕਾਈਲ ਆਪਣੇ ਕੋਲ ਆ ਗਿਆ ਸੋਡੀਅਮ ਸਾਲਟ ਆਫ ਐਨ ਅਲਕਾਈਲ ਸਲਫੋਨਾਮਾਈਡ ਉਹਨੂੰ HCl ਨਾਲ ਰਿਐਕਟ ਕੀਤਾ ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਫ੍ਰੀ ਸਲਫੋਨਾਮਾਈਡ ਦੀ ठीक है अपने को रिएक्ट होगी सल्फोनामाइड ਤੇ NaCl क्या होगा रिमूव फिर ਉਹਨੂੰ ਤੁਸੀਂ ਉਹਦੀ ਹਾਈਡਰੋਲਿਸਿਸ ਕਰਨੀ ਹੈ HCl ਦੀ ਪ੍ਰੈਜ਼ੈਂਸ ਦੇ ਵਿੱਚ ਤੁਹਾਡੇ ਕੋਲ ਕੀ ਬਣ ਜਾਏਗਾ ਆਪਣੇ ਕੋਲ ਪੈਰਾਟੋਲਵਿਨ ਸਲਫਰਲ ਕਲੋਰਾਈਡ ਰਿਮੂਵ ਹੋ ਜਾਏਗਾ ਐਂਡ ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਪ੍ਰਾਇਮਰੀ ਅਮੀਨ ਆਫ ਹਾਈਡਰੋਕਲੋਰਿਕ ਐਸਿਡ ਹੁਣ ਜਿਹੜਾ ਪ੍ਰਾਇਮਰੀ ਅਮੀਨ ਆਫ ਹਾਈਡਰੋਕਲੋਰਾਈਡ ਆਇਆ ਉਹਨੂੰ NaOH ਨਾਲ ਰਿਐਕਟ ਕਰਨਾ ਆਪਣੇ ਕੋਲ ਪ੍ਰਾਇਮਰੀ ਅਮੀਨ ਆ ਜਾਏਗਾ ਔਰ NaCl ਵਾਟਰ ਮੋਲੀਕੂਲ ਕੀ ਆ ਜਾਣਗੇ ਆਪਣੇ ਰਿਮੂਵ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਪ੍ਰੋਪਰਟੀਜ਼ ਦੀ ਫਿਜ਼ੀਕਲ ਸਟੇਟ ਜਿਹੜੇ ਲੋਅਰ ਮੈਂਬਰ ਹੁੰਦੇ ਐਲੀਫੈਟਿਕ ਅਮੀਨ ਉਹ ਗੈਸਿਸ ਹੁੰਦੇ ਨੇ ਵਿਦ ਅਮੋਨੀਆ ਲਾਈਕ ਸਮੈਲ ਵਾਈਲ ਜਿਹੜੇ ਹਾਇਰ ਮੈਂਬਰ ਹੁੰਦੇ ਨੇ ਮੋਸਟਲੀ ਲਿਕੁਇਡ ਹੁੰਦੇ ਨੇ ਲਾਈਕ ਫਿਸ਼ੀ ਸਮੈਲ ਉਹਨਾਂ ਦੀ ਫਿਸ਼ ਜਿਵੇਂ ਫਿਸ਼ ਤੋਂ ਨਹੀਂ ਕੱਚੀ ਸਮੈਲ ਆਉਂਦੀ ਉਵੇਂ ਦੀ ਆਉਂਦੀ ਹੁੰਦੀ ਆ ਠੀਕ ਹੈ ਐਰੋਮੈਟਿਕ ਅਮੀਨਸ ਜਾਂ ਤਾਂ ਲਿਕੁਇਡ ਹੋਣਗੇ ਵਿਦ ਦਾ ਕਰੈਕਟਰਿਸਟਿਕ ਅਨਪਲੀਜ਼ੈਂਟ ਜਾਂ ਆਰਡਰ ਔਰ ਲੋ ਮੈਲਟਿੰਗ ਸੋਲਿਡਸ ਹੋਣਗੇ ਵਿਦ ਦਾ ਆਲਮੋਸਟ ਆਰਡਰਲੈਸ ਠੀਕ ਹੈ ਜਿਹੜੇ ਐਲੀਫੈਟਿਕ ਅਮੀਨ ਹੁੰਦੇ ਨੇ ਜਿਹੜੇ ਲੋਅਰ ਵਾਲੇ ਮੈਂਬਰਸ ਹੁੰਦੇ ਨੇ ਉਹ ਲਿਕੁਇਡ ਹੁੰਦੇ ਨੇ ਉਹਨਾਂ ਦੀ ਸੌਰੀ ਗੈਸਿਸ ਹੁੰਦੇ ਨੇ ਉਹਨਾਂ ਦੀ ਅਮੋਨੀਆ ਲਾਈਕ ਸਮੈਲ ਹੁੰਦੀ ਹੈ ਵਾਈਲ ਜਿਹੜੇ ਹਾਇਰ ਅਮੀਨਸ ਹੁੰਦੇ ਨੇ ਮੋਸਟਲੀ ਲਿਕੁਇਡ ਹੁੰਦੇ ਨੇ ਤੇ ਫਿਸ਼ੀ ਸਮੈਲ ਹੁੰਦੀ ਹੈ ਜਿਹੜੇ ਐਰੋਮੈਟਿਕ ਅਮੀਨ ਹੁੰਦੇ ਨੇ ਉਹ ਕਿਆ ਹੁੰਦੇ ਨੇ ਅਗਰ ਤਾਂ ਉਹ ਲਿਕੁਇਡ ਆ ਤਾਂ ਉਹਨਾਂ ਦੀ ਅਨਪਲੀਜ਼ੈਂਟ ਜੀ ਆਰਡਰ ਹੋਏਗੀ ਅਗਰ ਉਹ ਲੋ ਮੈਲਟਿੰਗ ਸੋਲਿਡ ਨੇ ਜਾਂ ਲੋ ਮੈਲਟਿੰਗ ਸੋਲਿਡ ਯਾਨੀ ਕਿ ਜਿਹੜੇ ਬਹੁਤ ਲੋ ਟੈਂਪਰੇਚਰ ਦੇ ਉੱਪਰ ਮੈਲਟ ਹੋ ਜਾਂਦੇ ਨੇ ਸੋ ਅਗਰ ਉਹ ਨੇ ਤਾਂ ਉਹ ਆਲਮੋਸਟ ਕਿਆ ਹੋਣਗੇ ਆਰਡਰਲੈਸ ਹੋਣਗੇ
ਪਿਓਰ ਅਮੀਨ ਆਰ ਆਲਮੋਸਟ ਕਲਰਲੈਸ, ਠੀਕ ਹੈ। ਪਿਓਰ ਅਮੀਨ ਵੈਸੇ ਤਾਂ ਕਲਰਲੈਸ ਹੁੰਦੇ ਨੇ, ਬਟ ਜਦੋਂ ਉਹ ਏਅਰ ਦੀ ਪ੍ਰੈਜ਼ੈਂਸ ਦੇ ਵਿੱਚ ਪਏ ਰਹਿੰਦੇ ਨੇ ਤਾਂ ਉਹ ਕਿਆ ਹੁੰਦੇ ਨੇ, ਗੈਟ ਡਿਸਕਲਰਡ, they generally get discolored. This is because amine, particularly aromatic one, are readily oxidized in air to form a color oxidation product. ਆਪਾਂ ਨੇ ਮੋਸਟਲੀ ਦੇਖਿਆ ਲੈਬ 'ਚ ਜਿੰਨੇ ਵੀ ਆਪਣੇ ਕੋਲ ਮੋਸਟਲੀ ਜਿਹੜੇ ਐਰੋਮੈਟਿਕ ਅਮੀਨਸ ਹੁੰਦੇ ਨੇ ਉਹ ਕਿਆ ਹੁੰਦੇ ਨੇ, ਬਰਾਊਨ ਕਲਰ ਦੇ ਵਿੱਚ ਕਨਵਰਟ ਹੋ ਜਾਂਦੇ ਨੇ, ਮੋਸਟਲੀ ਕਲਰਡ ਆ ਜਾਂਦਾ ਹੈ। ਵੈਸੇ ਅਗਰ ਪਿਓਰ 'ਚ ਤਾਂ ਉਹ ਕਲਰਲੈਸ ਹੋਣਗੇ, ਕਿਉਂਕਿ ਜਦੋਂ ਏਅਰ ਦੀ ਪ੍ਰੈਜ਼ੈਂਸ 'ਚ ਰਹਿੰਦੇ ਨੇ ਤਾਂ ਆਕਸੀਡਾਈਜ਼ ਹੋ ਜਾਂਦੇ ਨੇ, ਆਕਸੀਡਾਈਜ਼ ਹੋ ਕੇ ਕਿਆ ਹੋ ਜਾਂਦਾ ਆਪਣੇ ਕੋਲ, ਉਹਦਾ ਕਲਰ ਆ ਜਾਂਦਾ। ਮੈਲਟਿੰਗ ਤੇ ਬੋਇਲਿੰਗ ਪੁਆਇੰਟ, ਅਮੀਨਸ ਆਰ ਪੋਲਰ ਕੰਪਾਊਂਡ ਐਂਡ ਐਕਸੈਪਟ ਫॉर ਟਰਸ਼ਰੀ ਅਮੀਨ ਦੇ ਕੈਨ ਫਾਰਮ ਅ ਇੰਟਰਮੋਲੀਕੂਲਰ ਹਾਈਡਰੋਜਨ ਬੌਂਡ, ਠੀਕ ਹੈ। ਕਹਿੰਦੇ ਅਮੀਨ ਪੋਲਰ ਕੰਪਾਊਂਡ ਹੈ, ਟਰਸ਼ਰੀ ਨੂੰ ਛੱਡ ਕੇ ਕਿਆ ਬਣਾਉਂਦੇ ਨੇ, ਟਰਸ਼ਰੀ ਦੇ ਵਿੱਚ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਜਿੰਨੇ ਵੀ NH ਕਿਉਂ ਨਹੀਂ ਹੁੰਦੀ, ਆਪਣੇ ਕੋਲ ਅਮੋਨੀਆ ਦੇ ਮੋਲੀਕੂਲ ਰਿਪਲੇਸ ਹੁੰਦੇ ਆ ਤਾਂ ਆਪਣੇ ਕੋਲ ਅਮੀਨ ਬਣਦਾ। ਜਦੋਂ ਇੱਕ ਨੂੰ ਹਾਈਡਰੋਜਨ ਰਿਪਲੇਸ ਕਰ ਦੂੰਗੇ ਤਾਂ ਕਿਆ ਹੋ ਜਾਏਗਾ ਆਪਣੇ ਕੋਲ ਪ੍ਰਾਇਮਰੀ, ਅਗਰ 2 ਕਰ ਦੂੰਗੇ ਤਾਂ ਟਰਸ਼ਰੀ, ਅਗਰ ਤਿੰਨੇ ਹਾਈਡਰੋਜਨ ਰਿਪਲੇਸ ਕਰ ਦੂੰਗੇ ਸੌਰੀ ਅਗਰ 2 ਰਿਪਲੇਸ ਕਰ ਦੂੰਗੇ ਤਾਂ ਸੈਕੰਡਰੀ, ਅਗਰ ਤਿੰਨੇ ਹਾਈਡਰੋਜਨ ਰਿਪਲੇਸ ਕਰ ਦੂੰਗੇ ਤਾਂ ਕਿਆ ਬਣ ਜਾਏਗਾ, ਟਰਸ਼ਰੀ। ਜਦੋਂ ਹਾਈਡਰੋਜਨ ਹੀ ਨਹੀਂ ਰਹੇਗਾ ਤਾਂ ਹਾਈਡਰੋਜਨ ਬੌਂਡਿੰਗ ਕਿੱਥੋਂ ਆਏਗੀ। ਸੋ ਅਮੀਨ ਆਰ ਪੋਲਰ ਕੰਪਾਊਂਡ except for tertiary they can form intermolecular hydrogen bond, for example like this, ठीक है। this is because tertiary amine do not have a hydrogen linkage to the nitrogen. However, intermolecular hydrogen bonding in amine is weaker than alcohol and therefore amine are not associated to extend alcohol are. ਜਿਹੜੀ intermolecular hydrogen bonding ਹੁੰਦੀ amine 'ਚ ਉਹ weak ਹੁੰਦੀ ਹੈ as compared to alcohol, ਇਸ ਕਰਕੇ ਜਿਹੜੀ amine ਆ ਜਿਵੇਂ ਅਲਕੋਹਲ ਐਸੋਸੀਏਟ ਕਰਦੀ ਹੈ ਮੋਲੀਕਿਊਲ ਦੇ ਨਾਲ, ਉਸ ਐਕਸਟੈਂਟ ਤੋਂ ਐਸੋਸੀਏਟ ਨਹੀਂ ਕਰਦੀ। ਇਟ ਇਜ਼ ਦੇਅਰਫੋਰ ਕੁਆਇਟ ਅੰਡਰਸਟੈਂਡੇਬਲ ਦੈਟ ਦ ਬੋਇਲਿੰਗ ਪੁਆਇੰਟ ਆਫ ਅਮੀਨ ਆਰ ਹਾਇਰ ਦੈਨ ਦੋਜ਼ ਆਫ ਨਾਨ ਪੋਲਰ ਕੰਪਾਊਂਡ ਬਟ ਲੋਅਰ ਦੈਨ ਦੋਜ਼ ਆਫ ਅਲਕੋਹਲ ਐਂਡ ਕਾਰਬੋਕਸਿਲਿਕ ਐਸਿਡ। ਇਸੇ ਕਰਕੇ ਜਿਹੜਾ ਬੋਇਲਿੰਗ ਪੁਆਇੰਟ ਆ ਅਮੀਨ ਦਾ ਉਹ ਹਾਇਰ ਹੁੰਦਾ ਹੈ ਨੋਨ ਪੋਲਰ ਕੰਪਾਊਂਡਸ ਦੇ ਨਾਲੋਂ, ਬਟ ਲੋਅਰ ਹੁੰਦਾ ਕਿਹਦੇ ਨਾਲ, ਅਲਕੋਹਲ ਔਰ ਕਾਰਬੋਕਸਿਲਿਕ ਐਸਿਡ ਦੇ ਨਾਲੋਂ, ਜਦੋਂ ਤੁਸੀਂ ਇਹਨਾਂ ਦਾ ਮੋਲੀਕੂਲਰ ਵੇਟ ਕੰਪੇਅਰ ਕਰਦੇ ਹੋ, ਠੀਕ ਹੈ। ਦ ਮੈਲਟਿੰਗ ਐਂਡ ਦ ਬੋਇਲਿੰਗ ਪੁਆਇੰਟ, the lower amines are of all classes quite soluble in water. ਜਿਹੜੇ lower amine ਦੇ ਸਾਰੇ water soluble ਹੁੰਦੇ ਨੇ, since all of them can form a hydrogen bond with the water, ਕਿਉਂਕਿ hydrogen bond ਬਣਾ ਲੈਂਦੇ ਨੇ। but ਜਿਹੜੇ higher amine ਹੁੰਦੇ ਨੇ containing 6 or more carbon are practically insoluble due to increase in the size, ਠੀਕ ਹੈ। ਤੇ ਜਿਹੜੇ ਲੋਅਰ ਮੈਂਬਰ ਹੁੰਦੇ ਨੇ ਵਾਟਰ ਸੋਲੇਬਲ ਹੁੰਦੇ ਨੇ, ਪਰ ਜਿਹੜੇ ਹਾਇਰ ਮੈਂਬਰ ਹੁੰਦੇ 6 ਤੋਂ ਉੱਪਰ ਵਾਲੇ ਕਾਰਬਨਸ ਹੋਣਗੇ ਉਹ ਸਾਰੇ ਕਿਆ ਹੋਣਗੇ, ਪ੍ਰੈਕਟੀਕਲੀ ਇਨਸੋਲੇਬਲ ਹੋਣਗੇ, ਕਿਉਂਕਿ ਉਹਦਾ ਸਾਈਜ਼ ਇਨਕਰੀਜ਼ ਹੋ ਜਾਏਗਾ, ਇਨਕਰੀਜ਼ ਦ ਸਾਈਜ਼ ਆਫ ਨੋਨ ਪੋਲਰ ਹਾਈਡਰੋਕਾਰਬਨ ਪਾਰਟ। amines are also soluble in the less polar solvent like ether, alcohol and benzene. Aromatic amine highly toxic and should be handled with the care. ਉਸ ਤੋਂ ਬਾਅਦ ਗੱਲ ਕਰਦੇ ਹਾਂ ਫਿਜ਼ੀਕਲ ਕੈਮੀਕਲ ਪ੍ਰੋਪਰਟੀਜ਼ ਦੀ। ਫਸਟ ਆਫ ਆਲ ਹੁਣ ਕਿਉਂਕਿ ਦੇਖੋ ਆਪਾਂ ਅਮੋਨੀਆ ਨੂੰ ਰਿਪਲੇਸ ਕਰਕੇ ਬਣਾ ਰਹੇ ਹਾਂ, ਅਮੋਨੀਆ ਤੇ ਹਾਈਡਰੋਜਨ ਰਿਪਲੇਸ ਕਰਕੇ ਬਣਾ ਰਹੇ ਹਾਂ ਆਪਾਂ। ਸੋ ਕੈਮੀਕਲ ਪ੍ਰੋਪਰਟੀ ਆਫ ਅਮੀਨ ਆਰ ਕਲੋਜ਼ਲੀ ਰਿਸੈਂਬਲ ਦੋਜ਼ ਆਫ ਅਮੋਨੀਆ and are determined by the presence of lone pair of electron on the nitrogen atom. So first of all देखो basic character, like ammonia all the classes of amine have lone pair of the electron on the nitrogen atom, ਠੀਕ ਹੈ। ਕਹਿੰਦੇ ਜਿਵੇਂ ਅਮੋਨੀਆ ਦੇ ਵਿੱਚ ਕਿਆ ਹੁੰਦਾ, ਨਾਈਟ੍ਰੋਜਨ ਦੇ ਉੱਪਰ ਲੋਨ ਪੇਅਰ ਹੁੰਦਾ, ਇਸ ਤਰ੍ਹਾਂ ਅਮੀਨ ਦੇ ਵਿੱਚ ਵੀ ਲੋਨ ਪੇਅਰ ਹੁੰਦੇ ਨੇ। ਇਸ ਦਿਸ ਪੇਅਰ ਆਫ ਇਲੈਕਟ੍ਰੋਨ ਅਵੇਲੇਬਲ ਫॉर ਬੀਇੰਗ ਸ਼ੇਅਰਡ, ਇਸ ਕਰਕੇ ਜਿਹੜਾ ਲੋਨ ਪੇਅਰ ਐਕਸਟਰਾ ਹੁੰਦਾ, ਇਸ ਕਰਕੇ ਈਜ਼ੀਲੀ ਸ਼ੇਅਰਿੰਗ 'ਚ ਦੇ ਦਿੰਦੇ ਆ ਬਾਈ ਦ ਅਦਰ ਐਟਮ ਵਿਚ ਮੇ ਬੀ ਇਲੈਕਟ੍ਰੋਨ ਪੂਅਰ ਅਮੀਨ ਐਕਟ ਐਜ਼ ਅ ਬੇਸ। ਹੁਣ ਅਗਰ ਡੋਨੇਟ ਕਰਦੇ ਆ ਦੈਟ ਮੀਨਸ ਉਹ ਬੇਸਿਕ ਹੁੰਦਾ, ਅਗਰ ਐਕਸੈਪਟ ਕਰਦੇ ਤਾਂ ਐਸਿਡਿਕ ਹੁੰਦੇ ਨੇ। ਐਜ਼ ਸੱਚ ਦੇ ਅੰਡਰਗੋ ਦ ਫੋਲੋਇੰਗ ਰਿਐਕਸ਼ਨ। ਫਸਟ ਆਫ ਆਲ ਫਾਰਮੇਸ਼ਨ ਆਫ ਹਾਈਡਰੋਕਸਾਈਡ, ਜਦੋਂ ਤੁਸੀਂ ਪ੍ਰਾਇਮਰੀ ਅਮੀਨ ਨੂੰ ਵਾਟਰ ਦੇ ਨਾਲ ਰਿਐਕਟ ਕਰਦੇ ਹੋ, ਠੀਕ ਹੈ, ਤਾਂ ਆਪਣੇ ਕੋਲ ਫਾਰਮੇਸ਼ਨ ਦੀ ਅਲਕਾਇਲ ਅਮੋਨੀਅਮ ਹਾਈਡਰੋਕਸਾਈਡ ਦੀ, ਠੀਕ ਹੈ। ਅਗਰ ਸੈਕੰਡਰੀ ਅਮੀਨ ਨੂੰ ਕਰਦੇ ਡਾਈ ਅਲਕਾਇਲ ਅਮੋਨੀਅਮ ਹਾਈਡਰੋਕਸਾਈਡ ਦੀ, ਅਗਰ ਟਰਸ਼ਰੀ ਨੂੰ ਕਰਦੇ ਟਰਾਈ ਅਲਕਾਇਲ ਹਾਈਡਰੋਕਸਾਈਡ ਦੀ, ਐਂਡ ਅਗਰ ਤੁਸੀਂ ਸੈਕੰਡਰੀ ਕੁਆਟਰਨਰੀ ਨੂੰ ਕਰਦੇ ਹੋ, ਅਗਰ ਤੁਸੀਂ ਕੁਆਟਰਨਰੀ ਨੂੰ ਕਰਦੇ ਹੋ ਤਾਂ ਕਿਹਦੀ ਰਿਐਕਸ਼ਨ ਹੁੰਦੀ ਆ, ਅਮੋਨੀਅਮ ਹਾਈਡਰੋਕਸਾਈਡ ਦੀ। ਨੈਚੁਰਲੀ ਦ ਐਕੁਅਸ ਸੋਲਿਊਸ਼ਨ ਆਫ ਅਮੀਨ ਆਰ ਬੇਸਿਕ ਇਨ ਨੇਚਰ, ਤੇ ਇਹ ਕਿਆ ਹੁੰਦੇ ਨੇ, ਬੇਸਿਕ ਇਨ ਨੇਚਰ ਹੁੰਦੇ ਨੇ, ਠੀਕ ਹੈ। ਔਰ ਉਸ ਤੋਂ ਬਾਅਦ ਆਫਟਰ ਦੈਟ ਉਹ ਜਦੋਂ ਜਦੋਂ ਆਪਣੇ ਕੋਲ ਪ੍ਰੋਡਕਟ ਬਣ ਗਏ ਉਸ ਤੋਂ ਬਾਅਦ ਉਹ ਆਇਨਾਈਜ਼ ਹੋ ਜਾਂਦੇ ਨੇ, ਤੇ ਉਹ ਕਿਆ ਬਣਾਉਂਦੇ, ਹਾਈਡਰੋਕਸੀ ਆਇਨ ਦੇ ਦਿੰਦੇ ਨੇ। ਹਾਈਡਰੋਕਸੀ ਆਇਨ ਕੌਣ ਦਿੰਦਾ, ਜਿਹੜੇ ਬੇਸਿਕ ਇਨ ਨੇਚਰ ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਫਾਰਮੇਸ਼ਨ ਆਫ ਸਾਲਟ, ਜਦੋਂ ਤੁਸੀਂ ਆਪਾਂ ਪ੍ਰਾਇਮਰੀ ਅਮੀਨ ਨੂੰ ਕਰਦੇ ਹਾਂ HCl ਰਿਐਕਟ ਤਾਂ ਅਲਕਾਇਲ ਅਮੋਨੀਅਮ ਕਲੋਰਾਈਡ ਬਣਦਾ, ਠੀਕ ਹੈ। ਅਗਰ ਸੈਕੰਡਰੀ ਨੂੰ ਕਰਦੇ ਹਾਂ ਐਸਿਡ ਦੇ ਨਾਲ
ਤਾਂ ਡਾਈ ਅਲਕਾਈਲ ਅਮੋਨੀਅਮ ਕਲੋਰਾਈਡ, ਅਗਰ ਟਰਸ਼ਰੀ ਨੂੰ ਕਰਦੇ ਟਰਾਈ ਅਲਕਾਈਲ ਅਮੋਨੀਅਮ ਕਲੋਰਾਈਡ। ਦੈਟ ਮੀਨਸ ਅਗਰ ਤੁਸੀਂ ਹੁਣ ਦੇਖੋ ਅਗਰ ਕੋਈ ਚੀਜ਼ ਐਸਿਡਿਕ ਹੈ ਤਾਂ ਅਗਰ ਉਹਨੂੰ ਬੇਸਿਕ ਨਾਲ ਰਿਐਕਟ ਕਰੋਗੇ ਤਾਂ ਉਹ ਸੋਲਟ ਬਣਾਉਂਦੀ ਹੈ, ਅਗਰ ਕੋਈ ਬੇਸਿਕ ਹੈ ਤਾਂ ਅਗਰ ਉਹ ਐਸਿਡ ਨਾਲ ਰਿਐਕਟ ਕਰੋਗੇ ਤਾਂ ਕਿਆ ਬਣਾਏਗੀ ਸੋਲਟ। ਜੇ ਤੁਸੀਂ ਅਮੀਨ ਨੂੰ ਐਸਿਡ ਨਾਲ ਰਿਐਕਟ ਕਰਦੇ ਤਾਂ ਕਿਸੇ ਫਾਰਮੇਸ਼ਨ ਕਰਦਾ ਸੋਲਟ। ਦੈਟ ਮੀਨਸ ਅਮੀਨ ਕਿਆ ਹੈ, ਬੇਸਿਕ ਇਨ ਨੇਚਰ। ठीक है। उसके बाद एक्शन विद द मेटल आयंस ड्यू टू द अवेलेबिलिटी ऑफ लोन पेयर ऑफ इलेक्ट्रॉन द नाइट्रोजन अमीन आल्सो एक्ट एज अ लिगेंड टू फॉर्म अ सॉल्युबल कोऑर्डिनेशन कंपलैक्स। कहने हुण नाइट्रोजन के उपर लोन पेयर प्रेजेंट होने करके जो अमीन आ लिगेंड की तरह रिएक्ट कर लिगेंड ਜਿਹੜੇ ਕਿਹੜੇ ਹੋਣ ਲੱਗੇ ਹੁੰਦੇ ਜਿਹੜੇ सेंट्रल एटम के नाल लगे होंगे ने। ठीक है। तो क्या किसी फॉर्मेशन फॉर्म आ सॉल्युबल कोऑर्डिनेशन कंपलैक्सेस विद द ट्रांजिशन मेटल आयन सच एज सिल्वर एंड द कॉपर आयन। फॉर एग्जाम्पल सिल्वर क्लोराइड डिजोल्व इन द मिथाइल अमीन टू फॉर्म आ सॉल्युबल कंपलैक्स। वो कहते जो तुसी अमीन्स नू किसी ट्रांजिशन मैटल्स के नाल रिएक्ट करते हो तो ਜਿਹੜੇ ਉਹਦੇ ਉੱਪਰ ਲੋਨ ਪੇਅਰ ਲੱਗੇ ਹੁੰਦੇ ਆ ਨਾਈਟ੍ਰੋਜਨ ਦੇ ਉੱਪਰ ਅਮੀਨ 'ਚ ਤਾਂ ਕਿਸ ਤਰ੍ਹਾਂ ਐਕਟ ਕਰਦੇ ਨੇ ਲੀਗਨ ਦੀ ਤਰ੍ਹਾਂ ਐਕਟ ਕਰ ਲਾਂਗੇ ਉੱਧਰ। ਸੋ ਤੁਸੀਂ फॉर एग्जाम्पल अपने सिल्वर क्लोराइड लत्ता उन्होंने अमीन के नाल रिएक्ट किया। ठीक है। प्राइमरी अमीन है ठीक है। अपने को 2 हाइड्रोजन आ रहे, अगर एक हाइड्रोजन तो सेकेंडरी, अगर कोई भी हाइड्रोजन ना होता तो क्या होता टर्शरी। ठीक है। बिस मिथाइलिन सिल्वर 1 क्लोराइड विच इज अ सॉल्युबल कोऑर्डिनेशन कंपलैक्स। ਜਿਹੜੇ ਆ ਬੌਂਡ ਹੈ ਇਹ ਕੋਆਰਡੀਨੇਸ਼ਨ ਬੌਂਡ ਹੈ, ਇੱਥੋਂ ਪਤਾ ਲੱਗਾ ਕਿ ਆਪਣੇ ਕੋਲ ਕੋਆਰਡੀਨੇਸ਼ਨ ਕੰਪਲੈਕਸ ਆ ਗਿਆ। ਸਿਮਿਲਰਲੀ ਜੇ ਤੁਸੀਂ ਕਾਪਰ ਸਲਫੇਟ ਦੇ ਨਾਲ ਰਿਐਕਟ ਕਰਵਾਉਂਦੇ ਆ ਮਿਥਾਈਲ ਅਮੀਨ ਨੂੰ ਠੀਕ ਹੈ ਪ੍ਰਾਇਮਰੀ ਅਮੀਨ ਤਾਂ ਵੀ ਕਿਆ ਕਿਸੇ ਦੀ ਫਾਰਮੇਸ਼ਨ ਹੁੰਦੀ ਹੈ ਇੱਕ ਸੋਲਿਬਲ ਕੰਪਲੈਕਸ ਦੀ ਕੋਆਰਡੀਨੇਸ਼ਨ ਕੰਪਲੈਕਸ ਦੀ। ਥਰਡ ਹੈਗੀ ਅਲਕਾਈਲੇਸ਼ਨ। ਉਹ ਕਹਿੰਦੇ ਜਿੰਨੇ ਵੀ ਅਮੀਨਸ ਆ ਯਾਨੀ ਕਿ ਪ੍ਰਾਇਮਰੀ ਸੈਕੰਡਰੀ ਟਰਸ਼ਰੀ ਜਾਂ ਕੁਆਟਰਨਰੀ ਅਮੀਨ ਅੰਡਰਗੋ ਅਲਕਾਈਲੇਸ਼ਨ ਔਨ ਟ੍ਰੀਟਮੈਂਟ ਵਿਦ ਅਲਕਾਈਲ ਹੈਲਾਈਡ। Okay. The starting amine first change into the amine of the next higher class which ultimately change into the quaternary ammonium salt. First of all क्या होगा अगर तो प्राइमरी अमीन लेता उन्होंने अल्काइल हैलाइड ਨਾਲ रिएक्ट ਕੀਤਾ तो उन्हें क्या किसी कन्वर्ट होना सेकेंडरी अमीन फिर जगह ਤੁਸੀਂ ਦੁਬਾਰਾ ਉਹਦੀ ਅਲਕਾਈਲੇਸ਼ਨ ਕੀਤੀ ਅਲਕਾइल हैलाइड ਨਾਲ रिएक्ट ਕੀਤਾ ਤਾਂ ਕੱਚ ਕਨਵਰਟ ਹੋ ਗਿਆ सेकेंडरी अमीन सॉरी सेकेंडरी टर्शरी टर्शरी का कन्वर्ट हो जाएगा क्वाटरी उत्थे जाके रिएक्शन खत्म हो जाएगी। द प्रोसेस ऑफ कन्वर्टिंग अ गिवन अमीन इनटू क्वाटनरी अमोनियम साल्ट रिएक्शन विद द अल्काइल हैलाइड इज ऑफन रेफर्ड एज द executive alkylation। if the halide used is some methyl halide usually methyl iodide the process is termed as ਐਗਜ਼ੀਕਿਊਟਿਵ ਮਿਥਾਈਲੇਸ਼ਨ। ਠੀਕ ਹੈ। ਅਗਰ ਕਹਿੰਦੇ ਹੈਲਾਈਡ ਦੇ ਵਿੱਚ ਜਿਹੜਾ ਆਪਣੇ ਕੋਲ ਅਲਕਾਈਲ ਪਾਰਟ ਆ ਉਹ ਮਿਥਾਈਲ ਲੱਗਿਆ ਹੋਇਆ ਤਾਂ ਆਪਾਂ ਉਸ ਪ੍ਰੋਸੈਸ ਨੂੰ ਕਿਆ ਕਹਾਂਗੇ ਐਗਜ਼ੀਕਿਊਟਿਵ ਮਿਥਾਈਲੇਸ਼ਨ। ਠੀਕ ਹੈ। ਉਸ ਤੋਂ ਬਾਅਦ ਦੇਖੋ ਕਨਵਰਜਨ ਆਫ ਅਮਾਈਡ conversion into amide acylation। ठीक है। और प्राइमरी तो सेकेंडरी अमीन बट नॉट टर्शरी अमीन the reaction नहीं दिंदा react with the acid chloride and acid anhydride to give and substitute amide। the reaction is referred as the acylation of amine। so ਤੁਸੀਂ प्राइमरी अमीन सेकेंडरी अमीन ਨੂੰ एसाइल क्लोराइड ਦੇ ਨਾਲ एसिड क्लोराइड ਦੇ ਨਾਲ रिएक्ट करोगे तो अपने को अगर तो प्राइमरी है तो एन अल्काइल सब्सटीट्यूट अमाइड दूंगा, अगर सेकेंडरी है तो एन डाइल्काइल सब्सटीट्यूट अमाइड दूंगा। In the case the amine or the acid chloride or anhydride is aromatic, the reaction is generally carried out in the presence of base such as aqueous sodium hydroxide। ਇਹਦਾ ਉੱਪਰ ਇਹ ਵਾਲੀ ਰਿਐਕਸ਼ਨ ਤਾਂ ਹੋ ਗਈ ਐਲੀਫੈਟਿਕ। ਅਗਰ ਆਪਣੇ ਕੋ ਕਹਿੰਦੇ ਐਰੋਮੈਟਿਕ ਕੰਪਾਊਂਡ ਆ ਤਾਂ ਜਿਹੜੀ ਐਰੋਮੈਟਿਕ ਕੰਪਾਊਂਡ ਹੈ ਤੁਸੀਂ ਅਸਾਈਲੇਸ਼ਨ ਕਰਨੀ ਹੈ ਠੀਕ ਹੈ ਐਸਿਡ ਕਲੋਰਾਈਡ ਨਾਲ ਰਿਐਕਟ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਇੱਕ ਕੈਟਲਿਸਟ ਚਾਹੀਦਾ ਦੈਟ ਇਜ਼ aqueous sodium hydroxide ਦੀ ਪ੍ਰੈਜ਼ੈਂਸ 'ਚ ਹੋਏਗੀ ਔਰ pyridine ਦੀ ਪ੍ਰੈਜ਼ੈਂਸ 'ਚ ਹੋਏਗੀ। ਇਸ ਰਿਐਕਸ਼ਨ ਨੂੰ ਕਹਿੰਦੇ ਸਕਾਟ ਐਂਡ ਬੋਮਨ ਰਿਐਕਸ਼ਨ। ਸੋ ਅਸਾਈਲ ਕਲੋਰਾਈਡ ਲੈਤਾ ਐਨਲਿਨ ਲੈਤਾ ਉਹਨੂੰ pyridine ਦੇ ਪ੍ਰੈਜ਼ੈਂਸ 'ਚ ਰਿਐਕਟ ਕਰਵਾਇਆ ਆਪਣੇ ਕੋਲ ਫਾਰਮੇਸ਼ਨ ਹੋ ਗਈ ਐਸਨੋਲਾਈਡ ਦੀ। ਸੋ ਮੈਕੈਨਿਜ਼ਮ ਦੇਖ ਲਓ ਆਪਣੇ ਕੋਲ ਲੋਨ ਪੇਅਰ ਪਏ ਆ ਨਾਈਟ੍ਰੋਜਨ ਦੇ ਉੱਪਰ ਇਹਨਾਂ ਨੇ ਕਿਹਦੇ ਤੇ ਅਟੈਕ ਕਰਨਾ ਕਾਰਬਨ ਦੇ ਉੱਪਰ। ਹੁਣ ਜਿਹੜਾ ਕਾਰਬਨ ਆਕਸੀਜਨ ਡਬਲ ਬੌਂਡ ਹੈ ਉਹਨੇ ਆਪਣਾ ਇੱਕ ਬੌਂਡ ਤੋੜ ਕੇ ਇਲੈਕਟ੍ਰੋਨ ਕਹਿੰਦੇ ਨੇ ਆਕਸੀਜਨ ਨੂੰ ਆਕਸੀਜਨ ਉੱਪਰ ਨੈਗੇਟਿਵ ਚਾਰਜ ਕਾਰਬਨ ਦੇ ਉੱਪਰ ਕਿਹੜਾ ਚਾਰਜ ਆ ਕਾਰਬਨ ਦੇ ਨਾਲ ਕੌਣ ਲੱਗ ਜਾਏਗਾ ਨਾਈਟ੍ਰੋਜਨ NH2R ਗਰੁੱਪ ਲੱਗ ਜਾਏਗਾ। ਹੁਣ ਨਾਈਟ੍ਰੋਜਨ ਦੇ ਲੋਨ ਪੇਅਰ ਚਲੇ ਗਏ ਤਾਂ ਉਹਦੇ ਉੱਪਰ ਕਿਹੜਾ ਚਾਰਜ ਆ ਗਿਆ ਪੋਜ਼ਿਟਿਵ ਚਾਰਜ ਆ ਗਿਆ। ਹੁਣ ਕਿਆ ਕਰਨਾ ਆਕਸੀਜਨ ਉਹਦਾ ਉੱਪਰ ਨੈਗੇਟਿਵ ਚਾਰਜ ਉਹਨੇ ਆਪਣੇ ਆਪ ਨੂੰ ਸਟੇਬਲਾਈਜ਼ ਕਰਨੀ ਦੁਬਾਰਾ ਇਲੈਕਟ੍ਰੋਨ ਕਾਰਬਨ ਆਕਸੀਜਨ ਸਿੰਗਲ ਬੌਂਡ ਹੈ ਤੇ ਡਬਲ ਬੌਂਡ ਬਣ ਜਾਏਗਾ ਔਰ ਜਿਹੜਾ ਕਾਰਬਨ ਦੇ ਨਾਲ ਫਲੋਰੀਨ ਲੱਗਿਆ ਉਹ ਕਿਆ ਹੋ ਜਾਏਗਾ ਰਿਮੂਵ ਹੋ ਜਾਏਗਾ। ਆਪਣੇ ਕੋਲ ਫਾਰਮੇਸ਼ਨ ਹੋ ਗਈ R' C ਡਬਲ ਬੌਂਡ O NH2R ਪੋਜ਼ਿਟਿਵ। ਠੀਕ ਹੈ। ਉਸ ਤੋਂ ਬਾਅਦ ਨਾਈਟ੍ਰੋਜਨ ਦੇ ਉੱਪਰ ਤੋਂ ਪੋਜ਼ਿਟਿਵ ਹਟਾਉਣ ਲਈ ਕਿਆ ਕੀਤਾ ਆਪਾਂ ਨੇ ਉਹਦੇ ਵਿੱਚ ਪ੍ਰੋਟੋਨ ਰਿਮੂਵ ਕਰਤਾ। ਪ੍ਰੋਟੋਨ ਰਿਮੂਵ ਹੋਊਗਾ ਦੈਟ ਮੀਨ ਜਿਹੜਾ ਨਾਈਟ੍ਰੋਜਨ ਹਾਈਡਰੋਜਨ ਬੌਂਡ ਆ ਆਪਣੇ ਜਿਹੜੇ ਉਹ ਇਲੈਕਟ੍ਰੋਨ ਆ ਨਾਈਟ੍ਰੋਜਨ ਨੂੰ ਦੇ ਕੇ ਜਾਏਗਾ। ਆਪਣੇ ਕੋਲ ਫਾਰਮੇਸ਼ਨ ਹੋ ਗਈ R' C ਡਬਲ ਬੌਂਡ O NHR ਦੀ।
ਉਸ ਤੋਂ ਬਾਅਦ ਹੈ ਕਨਵਰਜਨ ਆਫ ਸਲਫੋਨਾਮਾਈਡ ਹਿਜ਼ਨਬਰਗ, ਉਹ ਆਪਾਂ ਪੜ੍ਹ ਕੇ ਆਏ ਕਿ ਜਦੋਂ ਤੁਸੀਂ ਟੋਲਵਿਨ ਸਲਫੋਨਲ ਕਲੋਰਾਈਡ ਨੂੰ ਰਿਐਕਟ ਕਰੋਗੇ ਕਿਸੇ ਅਮੀਨ ਦੇ ਨਾਲ ਤਾਂ ਇਨ ਦ ਪ੍ਰੈਜ਼ੈਂਸ ਆਫ NaOH ਆਪਣੇ ਕੋ ਫਾਰਮੇਸ਼ਨ ਕਿਸੇ ਦੀ ਫਾਰਮੇਸ਼ਨ ਹੋ ਜਾਏਗੀ ਐਨ ਪ੍ਰੋਪਾਈਲ ਪੈਰਾਟੋਲਵਿਨ ਸਲਫੋਨਾਮਾਈਡ ਦੀ। ਠੀਕ ਹੈ, ਉਸ ਤੋਂ ਬਾਅਦ ਐਕਸ਼ਨ ਵਿਦ ਨਾਈਟਰਸ ਐਸਿਡ, ਦ 3 ਕਲਾਸ ਆਫ ਅਮੀਨ ਰਿਐਕਟ ਡਿਫਰੈਂਟਲੀ ਵਿਦ ਨਾਈਟਰਸ ਐਸਿਡ ਵਿਚ obtained ਬਾय ਦ ਇਨਸੂਟ ਬਾय ਦ ਰਿਐਕਸ਼ਨ ਆਫ ਮਿਨਰਲ ਐਸਿਡ ਐਂਡ ਸੋਡੀਅਮ ਨਾਈਟ੍ਰੇਟ। ਠੀਕ ਹੈ, ਹੁਣ ਨਾਈਟਰਸ ਐਸਿਡ ਦੇ ਨਾਲ ਅਲੱਗ-ਅਲੱਗ ਡਿਫਰੈਂਟ ਐਕਸ਼ਨਸ ਦਿੰਦੀਆਂ ਨੇ। ਫਸਟ ਆਫ ਆਲ ਪ੍ਰਾਇਮਰੀ ਐਰੋਮੈਟਿਕ ਅਮੀਨ, ਜਦੋਂ ਕਹਿੰਦੇ ਪ੍ਰਾਇਮਰੀ ਐਰੋਮੈਟਿਕ ਅਮੀਨ ਨੂੰ ਤੁਸੀਂ ਨਾਈਟਰਸ ਐਸਿਡ NaNO2 ਦੇ ਨਾਲ ਰਿਐਕਟ ਕਰਵਾਉਂਦੇ ਇਨ ਦ ਪ੍ਰੈਜ਼ੈਂਸ ਆਫ HCl, ਆਪਣੇ ਕੋਲ ਫਾਰਮੇਸ਼ਨ ਹੁੰਦੀ ਹੈ ਡਾਈਜ਼ੋਨੀਅਮ ਸਾਲਟ ਦੀ, NaCl ਪਲੱਸ ਵਾਟਰ ਮੋਲੀਕੂਲ ਕਿਆ ਹੁੰਦੇ ਰਿਮੂਵ ਹੋ ਜਾਂਦੇ ਆ। ਅਗਰ ਤੁਹਾਡੇ ਕੋਲ ਇਹ ਤਾਂ ਗੱਲ ਹੋਗੀ ਪ੍ਰਾਇਮਰੀ ਐਰੋਮੈਟਿਕ। ਅਗਰ ਪ੍ਰਾਇਮਰੀ ਐਲੀਫੈਟਿਕ ਆ ਤਾਂ ਕਿਆ ਕਰਨਾ, ਆਪਾਂ ਨੇ ਨਾਈਟਰਸ ਐਸਿਡ ਲੈਣਾ। ਠੀਕ ਹੈ, ਉਹਨੂੰ ਪ੍ਰਾਇਮਰੀ ਅਮੀਨ ਦੇ ਨਾਲ ਰਿਐਕਟ ਕਰਵਾਉਣਾ ਇਨ ਦ ਪ੍ਰੈਜ਼ੈਂਸ ਆਫ HCl, ਆਪਣੇ ਕੋਲ ਬਣੇਗਾ ਅਨਸਟੇਬਲ ਇਵਨ ਇਨ ਦਾ ਇੱਕ ਐਵੇਂ ਦਾ ਪ੍ਰੋਡਕਟ ਬਣੇਗਾ ਜਿਹੜਾ ਆਪਣੇ ਕੋਲ ਡਾਈਜ਼ੋਨੀਅਮ ਸਾਲਟ ਦੀ ਤਰ੍ਹਾਂ ਹੀ ਪ੍ਰੋਡਕਟ ਬਣ ਜਾਏਗਾ। ਡਾਈਜ਼ੋਨੀਅਮ ਬਟ ਐਲੀਫੈਟਿਕ ਡਾਈਜ਼ੋਨੀਅਮ ਸਾਲਟ, ਐਰੋਮੈਟਿਕ ਨਹੀਂ ਐਲੀਫੈਟਿਕ ਡਾਈਜ਼ੋਨੀਅਮ ਸਾਲਟ ਬਣੇਗਾ। ਇਹ ਅਨਸਟੇਬਲ ਹੁੰਦਾ, ਇਵਨ ਕਿ ਕੋਲਡ ਵਿੱਚ ਵੀ ਸਟੇਬਲ ਨਹੀਂ ਹੁੰਦਾ, ਪਰ ਜਿਹੜਾ ਐਰੋਮੈਟਿਕ ਡਾਈਜ਼ੋਨੀਅਮ ਸਾਲਟ ਆ ਕੋਲਡ ਸਟੇਬਲ ਹੁੰਦਾ। ਫਿਰ ਦੀ ਹਾਈਡਰੋਲਿਸਿਸ ਕਰਨੀ ਆਪਣੇ ਕੋਲ ਨਾਈਟ੍ਰੋਜਨ ਅਲਕੋਹਲ ਕੀਨ ਅਲਕਾਈਲ ਹਾਈਡ ਕਿਆ ਹੋ ਜਾਣਗੇ ਰਿਮੂਵ। ਸਕੈਂਡਰੀ ਅਮੀਨ, ਠੀਕ ਹੈ, ਜਦੋਂ ਤੁਸੀਂ ਨਾਈਟਰਸ ਐਸਿਡ ਨੂੰ ਸਕੈਂਡਰੀ ਅਮੀਨ ਨਾਲ ਰਿਐਕਟ ਕਰਨ ਦੇ ਪ੍ਰੈਜ਼ੈਂਸ ਆਫ HCl ਆਪਣੇ ਕੋਲ ਫਾਰਮੇਸ਼ਨ ਹੋਗੀ N ਨਾਈਟ੍ਰੋਸੋ ਡਾਈਅਲਕਾਈਲ ਅਮੀਨ ਦੀ, NaCl ਔਰ ਵਾਟਰ ਮੋਲੀਕੂਲ ਕਿਆ ਹੋ ਜਾਣਗੇ ਰਿਮੂਵ ਹੋ ਜਾਣਗੇ। ਅਗਰ ਤੁਸੀਂ ਐਰੋਮੈਟਿਕ ਅਲਕੀਨ ਨੂੰ ਸਕੈਂਡਰੀ ਅਮੀਨ ਨੂੰ ਰਿਐਕਟ ਕਰਨਾ ਹੈ ਨਾਈਟਰੋਸ ਐਸਿਡ ਦਾ ਇਨ ਦ ਪ੍ਰੈਜ਼ੈਂਸ ਆਫ HCl, ਆਪਣੇ ਕੋਲ ਬਣ ਜਾਏਗਾ N ਨਾਈਟ੍ਰੋਸੋ N ਮਿਥਾਈਲ ਐਨਾਲੀਨ NaCl ਪਲੱਸ ਵਾਟਰ ਮੋਲੀਕੂਲ ਕਿਆ ਹੋ ਜਾਣਗੇ ਰਿਮੂਵ। The warning crystal of phenol or few drops of concentrated sulfuric acid nitrosamine form a green colored solution. On dilution to the solution, the color changed to red but become deep blue on adding a few drops of alkali. This is known as Lieberman Nitroso reaction and it is used for the test of the secondary amine. ठीक है, अगर ਤੁਸੀਂ ਪਤਾ ਕਰਨਾ ਕਿ secondary amine ਹੈ ਕਿ ਨਹੀਂ, ਆਪਣੇ ਕੋਲ ਜਿਹੜਾ ਇਹ ਬਣਿਆ, ਠੀਕ ਹੈ, ਆਪਣੇ ਕੋਲ ਜਿਹੜੇ ਕੰਪਾਊਂਡ ਬਣੇ N ਨਾਈਟ੍ਰੋਸੋ ਡਾਈਅਲਕਾਈਲ ਅਮੀਨ N ਨਾਈਟ੍ਰੋਸੋ N ਮਿਥਾਈਲ ਐਨਾਲੀਨ, ਉਹਨੂੰ ਕਿਆ ਕਰਨਾ, ਉਹਨੂੰ ਫਿਨੋਲ ਦੇ ਕ੍ਰਿਸਟਲ ਦੇ ਨਾਲ ਗਰਮ ਕਰਨਾ। ਠੀਕ ਹੈ, ਫੋਨ ਦੇ ਕ੍ਰਿਸਟਲ ਐਡ ਕਰਨੇ, ਉਹਨੂੰ ਗਰਮ ਕਰਨਾ, ਉਹਦੇ ਵਿੱਚ ਕੁਛ ਡ੍ਰੌਪਸ ਕੰਸਨਟ੍ਰੇਟਡ ਸਲਫਿਊਰਿਕ ਐਸਿਡ ਦੀਆਂ ਪਾਉਣੀਆਂ, ਜਿਹੜੀ ਇਹ ਆਪਣੇ ਕੋਲ ਪ੍ਰੋਡਕਟ ਬਣੇ ਗ੍ਰੀਨ ਕਲਰ 'ਚ ਕਨਵਰਟ ਹੋ ਜਾਣਗੇ। ਉਸ ਤੋਂ ਬਾਅਦ ਫਿਰ ਉਹਦੀ ਡਿਲਿਊਸ਼ਨ ਕਰੇ, ਡਿਲਿਊਟ ਕਰਨ ਤੋਂ ਬਾਅਦ ਉਹ ਕੱਚ ਕਨਵਰਟ ਹੋ ਜਾਣਗੇ ਰੈੱਡ, ਐਂਡ ਰੈੱਡ ਤੋਂ ਬਾਅਦ ਡੀਪ ਬਲੂ ਕਲਰ 'ਚ ਕਨਵਰਟ ਹੋ ਜਾਣਗੇ ਜਦੋਂ ਤੁਸੀਂ ਉਹ 'ਚ ਥੋੜ੍ਹੀ ਜਿਹੀ ਐਲਕਲੀ ਦੀਆਂ ਡ੍ਰੌਪਸ ਪਾਉਂਗੇ। ਠੀਕ ਹੈ, ਠੀਕ ਹੈ, ਇਸ ਰਿਐਕਸ਼ਨ ਇਸ ਪੂਰੇ ਪ੍ਰੋਸੈਸ ਨੂੰ ਕਿਆ ਕਹਿੰਦੇ ਆ ਲਿਬਰਮੈਨ ਨਾਈਟ੍ਰੋਸੋ ਰਿਐਕਸ਼ਨ ਐਂਡ ਇਜ਼ ਯੂਜ਼ ਫॉर द ਟੈਸਟ ਆਫ ਦ ਨਾਈਟ੍ਰੋਸ ਸਕੈਂਡਰੀ ਅਮੀਨ। ਅਗਰ ਤੁਸੀਂ ਨਾਈਟ੍ਰੋਸ ਐਸਿਡ ਨੂੰ ਟਰਸ਼ਰੀ ਅਮੀਨ ਦੇ ਨਾਲ ਰਿਐਕਟ ਕਰਦੇ ਹੋ ਇਨ ਦ ਪ੍ਰੈਜ਼ੈਂਸ ਆਫ HCl ਐਟ 270 to 278 ਕੈਲਵਿਨ ਟੈਂਪਰੇਚਰ, ਆਪਣੇ ਕੋਲ ਪੈਰਾ ਨਾਈਟ੍ਰੋਸੋ NN ਡਾਈਮਿਥਾਈਲ ਐਨਾਲੀਨ ਬਣਦਾ ਔਰ ਆਪਣੇ ਕੋਲ NaCl ਔਰ ਵਾਟਰ ਕਿਆ ਹੋ ਜਾਂਦੇ ਆ ਰਿਮੂਵ ਹੋ ਜਾਂਦੇ ਆ। ਉਸ ਤੋਂ ਬਾਅਦ ਦੇਖੋ ਟਰਸ਼ਰੀ ਐਲੀਫੈਟਿਕ ਅਮੀਨ, ਤੇ ਟਰਸ਼ਰੀ ਐਲੀਫੈਟਿਕ ਅਮੀਨ ਨੂੰ ਰਿਐਕਟ ਕਰਦੇ ਆਪਣੇ ਕੋਲ ਫਾਰਮੇਸ਼ਨ ਹੈ ਟਾਈਲਕਾਈਲ ਅਮੋਨੀਅਮ ਨਾਈਟ੍ਰਾਈਟ ਦੀ। ਉਸ ਤੋਂ ਬਾਅਦ ਐਕਸ਼ਨ ਗੱਲ ਆਉਂਦੀ ਹੈ ਕਾਰਬਨਲ ਅਮਾਈਨ ਰਿਐਕਸ਼ਨ ਦੀ। ਤੁਹਾਨੂੰ ਕਿ ਤੁਸੀਂ ਪ੍ਰਾਇਮਰੀ ਅਮੀਨ ਨੂੰ ਕਲੋਰੋਫਾਰਮ ਔਰ ਅਲਕੋਲਿਕ ਪੋਟਾਸ਼ ਦਾ ਮਤਲਬ ਪੋਟਾਸ਼ੀਅਮ ਹਾਈਡਰੋਕਸਾਈਡ ਜਾਂ ਉਹਨੂੰ ਅਲਕੋਲਿਕ ਪੋਟਾਸ਼ ਵੀ ਕਹਿੰਦੇ। ਅਲਕੋਲਿਕ ਪੋਟਾਸ਼ ਔਰ ਐਨ alkyl isocyanide or carbonyl amine is formed which give a very offensive smell. ਜੇ ਤੁਸੀਂ ਪ੍ਰਾਇਮਰੀ ਅਮੀਨ ਨੂੰ ਕਲੋਰੋਫਾਰਮ ਦੇ ਨਾਲ ਰਿਐਕਟ ਕਰਦੇ ਆ ਐਂਡ ਅਲਕੋਲਿਕ ਪੋਟਾਸ਼ ਦੇ ਨਾਲ ਰਿਐਕਟ ਕਰਦੇ ਆ, ਠੀਕ ਹੈ, CH3Cl3 KOH, ਠੀਕ ਹੈ, ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ ਤੁਸੀਂ ਜਦੋਂ ਤੁਸੀਂ ਪ੍ਰਾਇਮਰੀ ਅਮੀਨ ਨੂੰ ਕਲੋਰੋਫਾਰਮ ਐਂਡ ਪੋਟਾਸ਼ੀਅਮ ਹਾਈਡਰੋਕਸਾਈਡ ਨਾਲ ਰਿਐਕਟ ਕਰੋਗੇ ਆਪਣੇ ਕੋਲ ਫਾਰਮੇਸ਼ਨ ਹੋਏਗੀ alkyl isocyanide और carbonyl amine ਦੀ plus KCl plus 3 molecules of water। ਮੈਕੈਨਿਜ਼ਮ ਦੇਖ ਲਓ, ਪਹਿਲਾਂ ਆਪਾਂ ਨੇ ਕਿਆ ਲੈਣਾ, KOH ਲਿੱਤਾ, KOH ਦਾ OH ਪਾਰਟ ਲੈਣਾ, ਠੀਕ ਹੈ, ਉਹਨੇ ਰਿਐਕਟ ਕਰਨਾ ਕਲੋਰੋਫਾਰਮ ਦੇ ਨਾਲ, ਠੀਕ ਹੈ, ਉਹਨੇ ਕਲੋਰੋਫਾਰਮ ਦੇ ਵਿੱਚੋਂ ਇੱਕ ਹਾਈਡਰੋਜਨ ਲੈ ਕੇ ਐਜ਼ ਅ ਵਾਟਰ ਮੋਲੀਕਿਊਲ ਰਿਮੂਵ ਹੋ ਜਾਣਾ, ਆਪਣੇ ਕੋਲ ਫਾਰਮੇਸ਼ਨ ਹੈ CCl3 ਨੈਗੇਟਿਵ ਦੀ। ਠੀਕ ਹੈ, CCl3 ਦੇ ਵਿੱਚੋਂ ਵੀ ਕਲੋਰੀਨ ਰਿਮੂਵ ਹੋ ਜਾਏਗਾ, ਆਪਣੇ ਕੋਲ ਰਿਐਕਸ਼ਨ ਫਾਰਮੇਸ਼ਨ ਹੋਈ ਡਾਈਕਲੋਰੋ ਕਾਰਬੀਨ ਦੀ। ਜਿਹੜਾ ਡਾਈਕਲੋਰੋ ਕਾਰਬੀਨ ਆ ਉਹਨੇ ਰਿਐਕਟ ਕਰਨਾ ਕਿਹਦੇ ਨਾਲ, ਨਾਈਟ੍ਰੋਜਨ ਦੇ ਨਾਲ। ਨਾਈਟ੍ਰੋਜਨ ਕੋਲ ਲੋਨ ਪੇਅਰ ਪਏ ਆ, ਠੀਕ ਹੈ, ਨਾਈਟ੍ਰੋਜਨ ਨੇ ਆਪਣੇ ਲੋਨ ਪੇਅਰ ਕਿਹਨੂੰ ਦੇਣੇ ਆ, ਕਾਰਬਨ ਨੂੰ, ਠੀਕ ਹੈ, ਔਰ ਕਾਰਬਨ ਦੇ ਨਾਲ ਕਿਆ ਬਣਾ ਲੈਣਾ, ਬੌਂਡ। ਨਾਈਟ੍ਰੋਜਨ ਨੇ ਆਪਣੇ ਲੋਨ ਪੇਅਰ ਦੇ ਕਾਰਬਨ ਦੇ ਉੱਪਰ ਕਿਹੜਾ ਚਾਰਜ ਹੈਗਾ, ਪੋਜ਼ਿਟਿਵ। ਕਾਰਬਨ ਔਰ ਜਿਹੜਾ ਕਾਰਬਨ ਹੈ
ਡਾਈਕਲੋਰੋਕਾਰਬਨ ਦਾ ਕਾਰਬਨ ਆ ਜਿਹੜਾ ਉਹਦੇ ਪਰ ਕਿਹੜਾ ਚਾਰਜ ਆ ਗਿਆ ਨੈਗੇਟਿਵ। ਹੁਣ ਇਹਦੇ ਨਾਈਟ੍ਰੋਜਨ ਦੇ ਨੈਗੇਟਿਵ ਚਾਰਜ ਨੂੰ ਖਤਮ ਕਰਨ ਲਈ ਇੱਕ ਪ੍ਰੋਟੋਨ ਨੂੰ ਰਿਮੂਵ ਕਰਨਾ। ਪ੍ਰੋਟੋਨ ਆਪਣੇ ਜਿਹੜਾ ਨਾਈਟ੍ਰੋਜਨ ਤੇ ਹਾਈਡਰੋਜਨ ਵਿੱਚ ਵਾਲਾ ਬੌਂਡ ਦੇ ਇਲੈਕਟ੍ਰੋਨ ਕਿਹਨੂੰ ਮਿਲ ਜਾਣਗੇ ਨਾਈਟ੍ਰੋਜਨ ਨੂੰ। ਔਰ ਜਿਹੜਾ ਪ੍ਰੋਟੋਨ ਰਿਮੂਵ ਹੋਣਾ ਕਿੱਦਾਂ ਜਾ ਕੇ ਲੱਗ ਜਾਏਗਾ ਕਾਰਬਨ ਦੇ ਨਾਲ। ਠੀਕ ਹੈ, ਆਪਣੇ ਕੋਲ ਫਾਰਮੇਸ਼ਨ ਹੋ ਗਈ RN, ਉਹਦੇ ਨਾਈਟ੍ਰੋਜਨ ਦੇ ਉੱਪਰ ਲੋਨ ਪੇਅਰ ਨਾਲ ਹਾਈਡਰੋਜਨ। ਠੀਕ ਹੈ, CH2Cl2। ਠੀਕ ਹੈ, ਹੁਣ ਨਾਈਟ੍ਰੋਜਨ ਨੇ ਆਪਣੇ ਲੋਨ ਪੇਅਰ ਕਾਰਬਨ ਨਾਈਟ੍ਰੋਜਨ ਬੌਂਡ ਦੇ ਜਿਹੜੇ ਸਿੰਗਲ ਬੌਂਡ ਸੀਗਾ ਉੱਥੇ ਡਬਲ ਬੌਂਡ ਬਣ ਗਿਆ। ਐਂਡ ਕਾਰਬਨ ਦੇ ਨਾਲ ਜਿਹੜਾ ਕਲੋਰੀਨ ਦਾ ਇੱਕ ਕਲੋਰੀਨ ਦੋ ਕਲੋਰੀਨ ਲੱਗੇ ਉਹਨਾਂ 'ਚ ਇੱਕ ਕਲੋਰੀਨ ਕਿਆ ਹੋ ਜਾਏਗਾ ਰਿਮੂਵ ਹੋ ਜਾਏਗਾ। ਆਪਣੇ ਕੋਲ ਫਾਰਮੇਸ਼ਨ ਹੋ ਗਈ R, ਹੁਣ ਨਾਈਟ੍ਰੋਜਨ ਨੇ ਆਪਣੇ ਇਲੈਕਟ੍ਰੋਨ ਦਿੱਤੇ ਤਾਂ ਫਿਰ ਪੋਜ਼ਿਟਿਵ ਚਾਰਜ ਡਬਲ ਬੌਂਡ CHCl। ਠੀਕ ਹੈ, ਫਿਰ ਉਸ ਤੋਂ ਬਾਅਦ ਹਾਈਡਰੋਜਨ ਨੂੰ ਫਿਰ ਆਪਾਂ ਸਟੇਬਲਾਈਜ਼ ਕਰਨਾ। ਜਿਹੜਾ ਦੂਸਰਾ ਪ੍ਰੋਟੋਨ ਉਹਨੂੰ ਰਿਮੂਵ ਕਰ ਦੇਣਾ। ਉਹ ਆਪਣੇ ਇਲੈਕਟ੍ਰੋਨ ਦੇ ਕੇ ਨਾਈਟ੍ਰੋਜਨ ਕੋਲ ਚੱਲ ਜਾਏਗਾ। ਨਾਈਟ੍ਰੋਜਨ ਆਪਣੇ ਇਲੈਕਟ੍ਰੋਨ ਫਿਰ ਦੁਬਾਰਾ ਕਿਹਨੂੰ ਦੇ ਦੇਗਾ ਕਾਰਬਨ ਨਾਈਟ੍ਰੋਜਨ ਡਬਲ ਬੌਂਡ ਉੱਥੇ ਟ੍ਰਿਪਲ ਬੌਂਡ ਹੋ ਜਾਏਗਾ। ਔਰ ਜਿਹੜਾ ਕਾਰਬਨ ਕਲੋਰੀਨ ਬੌਂਡ ਹੋ ਜਾਏਗਾ ਬ੍ਰੇਕ ਹੋ ਜਾਏਗਾ। ਆਪਣੇ ਕੋਲ ਫਾਰਮੇਸ਼ਨ ਹੋਗੀ RN ਪੋਜ਼ਿਟਿਵ, ਨਾਈਟ੍ਰੋਜਨ ਦੇ ਨਾਲ ਕਾਰਬਨ ਨੇ ਟ੍ਰਿਪਲ ਬੌਂਡ ਬਣਾਏ ਨਾਲ ਹਾਈਡਰੋਜਨ। ਹੁਣ ਕੀ ਕਰਨਾ ਹੈ ਜਿਹੜਾ ਆਪਣੇ ਕੋਲ ਇੱਥੇ ਦੇਖੋ 3 ਮਾਲੀਕੂਲ ਯੂਜ਼ ਕੀਤੇ। ਠੀਕ ਹੈ, ਆਪਾਂ ਨੇ ਫਿਰ ਇੱਕ OH ਨੈਗੇਟਿਵ ਲੈਣਾ, ਉਹਨੂੰ ਕਿੰਨਾ ਰਿਐਕਟ ਕਰਨਾ ਉਹਨੇ ਕੀ ਕਰਨਾ ਜਿਹੜਾ ਕਾਰਬਨ ਤੇ ਨਾਲ ਹਾਈਡਰੋਜਨ ਆ ਉਹਨੂੰ ਅਬਸਟ੍ਰੈਕਟ ਕਰ ਲੈਣਾ। ਆਪਣੇ ਕੋਲ RN ਪੋਜ਼ਿਟਿਵ ਟ੍ਰਿਪਲ ਬੌਂਡ C ਨੈਗੇਟਿਵ ਤੇ ਵਾਟਰ ਮਾਲੀਕੂਲ ਕਿਆ ਹੋ ਗਏ ਰਿਮੂਵ ਹੋ ਗਏ। ਉਸ ਤੋਂ ਬਾਅਦ ਗੱਲ ਕਰਦੇ ਐਕਸ਼ਨ ਆਫ ਕਾਰਬਨ ਡਾਈਸਲਫਾਈਡ ਦੀ। ਕਹਿੰਦੇ ਜਦੋਂ ਤੁਸੀਂ ਸੈਕੰਡਰੀ ਪ੍ਰਾਇਮਰੀ ਅਮੀਨ ਨੂੰ ਕਾਰਬਨ ਨਾਲ ਡਾਈਸਲਫਾਈਡ ਦੇ ਨਾਲ ਰਿਐਕਟ ਕਰਵਾਉਂਦੇ ਇਨ ਦ ਪ੍ਰੈਜ਼ੈਂਸ ਆਫ ਮਰਕਰੀ ਕਲੋਰਾਈਡ, ਆਪਣੇ ਕੋਲ ਫਾਰਮੇਸ਼ਨ ਹੁੰਦੀ ਹੈ ਆਈਸੋਥਾਇਓਸਾਇਨਾਈਡ ਦੀ ਤੇ ਹਾਈਡਰੋਜਨ ਸਲਫਾਈਡ ਗੈਸ ਕਿਆ ਹੁੰਦੀ ਰਿਮੂਵ। ਇਹਨੂੰ ਆਪਾਂ ਕਿਆ ਕਹਿੰਦੇ ਆ ਹੌਫਮੈਨ ਮਸਟਰਡ ਆਇਲ ਰਿਐਕਸ਼ਨ, ਤੇ ਇਹ ਪ੍ਰਾਇਮਰੀ ਅਮੀਨ ਦੇ ਆਇਡੈਂਟੀਫਿਕੇਸ਼ਨ ਲਈ ਯੂਜ਼ ਹੁੰਦੀ ਹੈ। So reaction with aldehyde and ketone. Primary amine react with aldehyde and ketone to form amines which is known as 6th base or anils. ठीक है, जो aldehyde ਨੂੰ ਅਸੀਂ primary amine react ਕਰਦੇ 6th base ਬਣਦਾ। ਫਾਰਮੂਲਾ RCH ਡਬਲ ਬੌਂਡ NHR ਔਰ ਵਾਟਰ ਮਾਲੀਕੂਲ ਕਿਆ ਹੁੰਦੇ ਰਿਮੂਵ ਹੋ ਜਾਂਦੇ ਆ। ਅਗਰ ਸੈਕੰਡਰੀ ਅਮੀਨ ਦੀ ਗੱਲ ਕਰੀਏ ਜਦੋਂ ਤੁਸੀਂ ਐਲਡੀਹਾਈਡ ਤੇ ਕੀਟੋਨ ਨਾਲ ਰਿਐਕਟ ਕਰਦੇ ਹੋ ਸੈਕੰਡਰੀ ਅਮੀਨ ਨੂੰ ਕੰਟੇਨਿੰਗ ਅਲਫਾ ਹਾਈਡਰੋਜਨ ਐਟਮ ਟੂ ਫਾਰਮ ਅ ਕਾਰਬੋਨਿਲ ਅਮਾਈਨ ਵਿਚ ਹਾਈਲੀ ਅਨਸਟੇਬਲ ਰੇਟਲੀ ਅੰਡਰਗੋ ਡੀਹਾਈਡਰੇਸ਼ਨ ਆਫ ਐਨਾਮੀਨਸ। ਸੈਕੰਡਰੀ ਅਮੀਨ ਨੂੰ ਜਦੋਂ ਤੁਸੀਂ ਐਲਡੀਹਾਈਡ ਜਾਂ ਕੀਟੋਨ ਨਾਲ ਰਿਐਕਟ ਕਰੋਗੇ ਪਹਿਲਾਂ ਇੱਕ ਹਾਈਲੀ ਅਨਸਟੇਬਲ ਕੰਪਾਊਂਡ ਦੈਟ ਇਜ਼ ਕਾਰਬੋਨਿਲ ਅਮਾਈਨ ਬਣਾਉਣਗੇ, ਫਿਰ ਤੋਂ ਉਹਨਾਂ ਦੀ ਹਾਈਡਰੋਲਿਸਿਸ ਕਰਨੀ ਹੈ, ਉਹਨਾਂ ਦੀ ਡੀਹਾਈਡਰੇਸ਼ਨ ਕਰਨੀ ਹੈ, ਆਪਣੇ ਕੋਲ ਕਿਆ ਬਣ ਜਾਏਗਾ ਐਨਾਮੀਨਸ। ਉਸ ਤੋਂ ਐਸਿਡਿਕ ਇਨ ਨੇਚਰ ਇਵਨ ਟੂ ਅਮੀਨ essentially basic in nature, primary secondary amine can also behave as acid। ਠੀਕ ਹੈ, ਕਹਿੰਦੇ ਬੇਸ਼ੱਕ ਆਪਾਂ ਪੜ੍ਹ ਕੇ ਆਏ ਹਾਂ ਕਿ ਅਮੀਨਸ ਆ ਜਿਹੜੇ ਇਨੀਸ਼ੀਅਲੀ ਬੇਸਿਕ ਆ, ਠੀਕ ਹੈ, ਬਟ ਫਿਰ ਵੀ ਉਹ ਜਿਹੜੇ ਪ੍ਰਾਇਮਰੀ ਤੇ ਸੈਕੰਡਰੀ ਅਮੀਨ ਆ ਉਹ ਐਸਿਡਿਕ ਬਿਹੇਵ ਵੀ ਦਿੰਦੇ ਕਿਉਂਕਿ ਇਹਨਾਂ ਵਿੱਚ ਕਿਆ ਹੁੰਦਾ ਹਾਈਡਰੋਜਨ ਹੁੰਦੇ ਆ। ਅਗਰ ਹਾਈਡਰੋਜਨ ਰਿਮੂਵ ਕਰੋਗੇ ਤਾਂ ਐਸਿਡਿਕ ਨੇਚਰ ਆਏਗਾ। ਸੋ ਜਦੋਂ ਤੁਸੀਂ ਪ੍ਰਾਇਮਰੀ ਅਮੀਨ ਨੂੰ ਰਿਐਕਟ ਕਰੋਗੇ ਸੋਡੀਅਮ ਦੇ ਨਾਲ ਆਪਣੇ ਕੋਲ ਫਾਰਮੇਸ਼ਨ ਹੋਵੇਗੀ R2NH ਪੋਜ਼ਿਟਿਵ NH ਨੈਗੇਟਿਵ Na ਪੋਜ਼ਿਟਿਵ ਹਾਈਡਰੋਜਨ ਰਿਮੂਵ ਹੋ ਜਾਏਗਾ। ਠੀਕ ਹੈ, ਇਸੇ ਤਰ੍ਹਾਂ ਜਦੋਂ ਪ੍ਰਾਇਮਰੀ ਅਮੀਨ ਨੂੰ RMGX ਨਾਲ ਰਿਐਕਟ ਕਰੋਗੇ ਪਹਿਲਾਂ ਆਪਣੇ ਕੋਲ ਕਿਆ ਬਣ ਜਾਏਗਾ ਇੱਕ ਇੰਟਰਮੀਡੀਏਟ ਬਣ ਜਾਏਗਾ। ਫਿਰ ਦੁਬਾਰਾ ਤੋਂ ਤੁਸੀਂ ਇਹਨੂੰ ਰਿਐਕਟ ਕਰੋਗੇ ਆਪਣੇ ਕੋਲ RNHMGX ਬਣ ਜਾਏਗਾ। ਫਿਰ ਦੁਬਾਰਾ ਉਹਨੂੰ ਗਿਗਨਾਈਟ੍ਰੇਜਨ ਨਾਲ ਰਿਐਕਟ ਕਰੋਗੇ ਆਪਣੇ ਕੋਲ RNMGX2 and RH ਬਣ ਜਾਏਗਾ।